प्रसाद सच होए। वाहिगुरु जी की फतेह है, विघ्न विनाशन सोए। श्री वाहिगुरु जी की फतेह है, विघ्न विनाशन सोए। स्वाद देखवे हित इछ धारी, मुख में पाए उचिष्ट हमारी। वाहिगुरु जी का खालसा, वाहिगुरु जी की फतेह। ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਜੁੜ ਮਿਲ ਕਰਕੇ ਬੈਠੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀਓ, ਆਪ ਸੰਗਤ ਨੇ ਗੁਰੂ ਦਰਬਾਰ ਵਿੱਚ ਬੈਠ ਕੇ ਸਤਿਗੁਰਾਂ ਦੀ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਸ਼ਬਦ ਸਰਵਣ ਕੀਤੇ। ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਇਤਿਹਾਸ ਆਪਾਂ ਸਰਵਣ ਕਰ ਰਹੇ ਹਾਂ। ਪਿਛਲੇ ਦੀਵਾਨ ਦੇ ਵਿੱਚ ਸਰਵਣ ਕੀਤਾ ਹੈ। ਸਤਿਗੁਰਾਂ ਨੂੰ ਇੱਕ ਪ੍ਰੇਤ ਹਵੇਲੀ ਦੇ ਵਿੱਚ, ਜਿਸ ਹਵੇਲੀ ਵਿੱਚ ਪ੍ਰੇਤ ਰਹਿੰਦਾ ਉੱਥੇ ਇੱਕ ਰਾਤ ਰੱਖਿਆ ਗਿਆ। ਪ੍ਰੇਤ ਨੇ ਮਹਾਰਾਜ ਵਾਸਤੇ ਗੰਨੇ ਲੈ ਕੇ ਆਂਦੇ, ਚੂਪਣ ਵਾਸਤੇ, ਚਖਣ ਵਾਸਤੇ। ਮਹਾਰਾਜ ਦੇ ਮੁਖ ਦੇ ਵਿੱਚੋਂ ਨਿਕਲੇ ਜਿਹੜੇ ਛਿਲਕੇ ਸਨ, ਉਹਨਾਂ ਨੂੰ ਮੂੰਹ ਵਿੱਚ ਪਾ ਕੇ ਚਬਾਉਂਦਾ ਹੈ, ਮੁਕਤੀ ਨੂੰ ਪ੍ਰਾਪਤ ਹੋਇਆ। ਕੁਝ ਛਿਲਕੇ ਮਹਾਰਾਜ ਨੇ ਕੰਧ ਤੋਂ ਪਾਰ ਸੁੱਟ ਦਿੱਤੇ। ਇੱਥੇ ਕੋਈ ਸਿੱਖ ਰਹਿੰਦਾ ਤੇ ਉਹਨੇ ਉਹ ਛਿਲਕੇ ਮੂੰਹ ਵਿੱਚ ਪਾ ਲਏ। ਉਹਦੇ ਵਿੱਚ ਬੇਅੰਤ ਕਰਾਮਾਤਾਂ ਆ ਗਈਆਂ। ਸਤਿਗੁਰਾਂ ਨੂੰ ਕਹਿਣ ਲੱਗਾ, ਮਹਾਰਾਜ ਹੁਕਮ ਕਰੋ, ਮੈਂ ਦਿੱਲੀ ਸ਼ਹਿਰ ਨੂੰ ਆਪਣੇ ਇੱਕ ਹੱਥ 'ਤੇ ਚੁੱਕ ਲਵਾਂ, ਦੂਜੇ ਹੱਥ 'ਤੇ ਲਾਹੌਰ ਸ਼ਹਿਰ ਨੂੰ ਚੱਕ ਲਵਾਂ, ਦੋਨਾਂ ਸ਼ਹਿਰਾਂ ਦੀ ਟੱਕਰ ਕਰਵਾ ਦਿਆਂ, ਤੁਹਾਡਾ ਹੁਕਮ ਚਾਹੀਦਾ। ਸਤਿਗੁਰਾਂ ਨੇ ਗੁਰੂ ਤੇਗ ਬਹਾਦਰ ਜੀਆਂ ਨੇ ਇਹਦਾ ਹੱਥ ਫੜ ਕੇ ਸਾਰੀਆਂ ਸ਼ਕਤੀਆਂ ਖਿੱਚ ਲਈਆਂ। ਹੁਣ ਮਹਾਰਾਜ ਜੀਆਂ ਨੂੰ ਬੇਨਤੀ ਕਰਦਾ, ਮਹਾਰਾਜ ਹੁਣ ਮੇਰੇ ਵਿੱਚ ਤਾਕਤ ਨਹੀਂ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਹੁਣ ਇਸ ਨੂੰ ਦੱਸਣ ਲੱਗੇ ਵੀ ਅਸੀਂ ਕੀ ਕੌਤਕ ਵਰਤਾਇਆ, ਉਹ ਆਪਾਂ ਅੱਜ ਸਰਵਣ ਕਰਾਂਗੇ। ਆਓ ਆਪਣੇ ਮਨ ਦੇ ਧਿਆਨ ਨੂੰ ਟਿਕਾਓ, ਬੜੀ ਭਾਵਨਾ ਨਾਲ ਸਰਵਣ ਕਰੀਏ। ਸ਼ਾਂਤੀ ਦੀ ਦਾਤ ਬਖਸ਼ਿਸ਼ ਕਰੋ, ਚੁੱਪ ਦਾ ਦਾਨ ਬਖਸ਼ੋ। ਬੱਚਿਆਂ ਨੂੰ ਆਪੋ ਆਪਣੀ ਗੋਦੀ ਦੇ ਵਿੱਚ ਬਿਠਾਓ, ਬੱਚਿਆਂ ਦਾ ਧਿਆਨ ਰੱਖੋ। ਬੇਨਤੀ ਪ੍ਰਵਾਨ ਕਰੋ, ਮਿਲ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਾਦ ਦੇਖਵੇ ਹਿਤ ਇਛ ਧਾਰੀ। ਸਤਿਗੁਰੂ ਕਹਿਣ ਲੱਗੇ ਵੀ ਉਹ ਜਿਹੜੇ ਗੰਨੇ ਦੇ ਛਿਲਕੇ ਸੀ ਨਾ ਸਿੱਖਾ, ਅਸੀਂ ਜਾਣ ਬੁੱਝ ਕੇ ਤੇਰੇ ਘਰ ਵੱਲ ਸੁੱਟੇ ਸਨ। ਤੇ ਜਦੋਂ ਤੂੰ ਗੰਨੇ ਦਾ ਛਿਲਕਾ ਵੇਖਿਆ, ਤੇਰੇ ਮਨ ਵਿੱਚ ਆ ਗਿਆ ਵੀ ਮੈਂ ਗੰਨੇ ਦਾ ਸਵਾਦ ਵੇਖਾਂ। ਪਰ ਤੂੰ ਇਹ ਗੱਲ ਜਾਣਦਾ ਹੈ, ਕੀ ਗੱਲ ਤੂੰ ਕਦੇ ਗੰਨੇ ਦਾ ਸਵਾਦ ਨਹੀਂ ਵੇਖਿਆ, ਕਦੇ ਅੱਗੇ ਗੰਨੇ ਨੂੰ ਚੂਸਿਆ ਨਹੀਂ, ਕਦੇ ਗੰਨੇ ਨੂੰ ਚੂਪਿਆ ਨਹੀਂ। ਤੇਰਾ ਛਿਲਕਾ ਵੇਖ ਕੇ ਕਿਉਂ ਮਨ ਕੀਤਾ ਵੀ ਮੈਂ ਮੂੰਹ ਵਿੱਚ ਪਾਵਾਂ। ਸਤਿਗੁਰੂ ਕਹਿੰਦੇ ਉਹ ਸਾਡੀ ਮਰਜ਼ੀ ਸੀ, ਅਸੀਂ ਤੇਰੀ ਮੱਤ ਨੂੰ ਪ੍ਰੇਰਿਆ ਤਾਂ ਕਿ ਤੂੰ ਛਿਲਕੇ ਨੂੰ ਮੂੰਹ ਵਿੱਚ ਪਾਵੇਂ, ਤੇ ਤੂੰ ਸਵਾਦ ਵੇਖਣ ਵਾਸਤੇ ਛਿਲਕਾ ਮੂੰਹ ਵਿੱਚ ਪਾਇਆ ਹੈ। ਮੁਖ ਮੈਂ ਪਾਏ ਉਚਿਸ਼ਟ ਹਮਾਰੀ। ਜਦੋਂ ਤੂੰ ਸਾਡਾ ਉਹ ਛਿਲਕਾ ਮੂੰਹ ਦਾ ਆਪਣੇ ਮੁਖ ਵਿੱਚ ਪਾਇਆ, ਜਿਹੜਾ ਅਸੀਂ ਆਪਣੇ ਮੁਖ ਵਿੱਚੋਂ ਕੱਢਿਆ ਸੀ ਚੂਪ ਕੇ ਰਸ ਲੈ ਕੇ, ਖਾਲੀ ਛਿਲਕਾ ਜਦੋਂ ਸੁੱਟਿਆ, ਤੂੰ ਉਹਦਾ ਸਵਾਦ ਲੈਣ ਵਾਸਤੇ ਆਪਣੇ ਮੂੰਹ ਵਿੱਚ ਪਾਇਆ ਹੈ। ਤਬ ਸ਼ਕਤੀ ਤੁਝ ਮੈਂ ਹੋਏ ਆਈ। ਉਦੋਂ ਤੇਰੇ ਵਿੱਚ ਇਹ ਸ਼ਕਤੀਆਂ ਆਈਆਂ, ਪਹਿਲਾਂ ਤੇਰੇ ਵਿੱਚ ਨਹੀਂ ਸਨ। ਸਾਡੇ ਮੁਖ ਦਾ ਪ੍ਰਸ਼ਾਦ ਛਕਿਆ ਤਾਂ ਤੇਰੇ ਵਿੱਚ ਕਰਾਮਾਤਾਂ ਆਈਆਂ ਹਨ। ਚਹਿਤ ਜੋ ਹੁਤੋ ਅਵੈ ਦਿਖਰਾਈ। ਜਿਹੜੀਆਂ ਤੂੰ ਹੁਣੇ ਗੱਲਾਂ ਕਰਦਾ ਸੀ ਨਾ ਵੀ ਮੈਂ ਦਿੱਲੀ ਨੂੰ ਆਪਣੇ ਸ਼ਹਿਰ ਤੋਂ ਆਪਣੇ ਹੱਥ 'ਤੇ ਚੁੱਕ ਲਵਾਂਗਾ, ਲਾਹੌਰ ਨੂੰ ਹੱਥ 'ਤੇ ਚੁੱਕ ਕੇ ਟੱਕਰ ਲਵਾ ਦਿਆਂਗਾ, ਇਹ ਜਿਹੜੀ ਸ਼ਕਤੀਆਂ ਦੀ ਗੱਲ ਤੂੰ ਕਰਦਾ ਸੀ, ਉਹ ਸ਼ਕਤੀਆਂ ਸਾਡਾ ਉਹ ਗੰਨੇ ਦੇ ਛਿਲਕੇ ਮੂੰਹ ਵਿੱਚ ਪਾਉਣ ਕਰਕੇ ਤੇਰੇ ਵਿੱਚ ਉਹ ਕਰਾਮਾਤ ਆਈ ਹੈ। ਤਾਂ ਤੂੰ ਇੰਨੀ ਤਾਕਤ ਦਾ ਮਾਲਕ ਬਣਿਆ, ਕਿਉਂਕਿ ਤੂੰ ਸਾਡੇ ਮੁਖ ਦੇ ਚੂਪੇ ਹੋਏ ਗੰਨੇ ਆਪਣੇ ਮੂੰਹ ਵਿੱਚ ਗੁਲੇਰੀਆਂ ਪਾਈਆਂ ਹਨ। ਜਿਸ ਸਮੁੰਦਰ ਤੇ ਜਲ ਕਨ ਪਾਵੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਹੁਣ ਸਮਝ ਸੋਚ ਲੈ ਵੀ ਇੱਕ ਸਮੁੰਦਰ ਪਾਣੀ ਦਾ ਭਰਿਆ ਪਿਆ, ਠਾਠਾਂ ਮਾਰਦਾ ਸਮੁੰਦਰ, ਕੋਈ ਬੰਦਾ ਉਹਦੇ ਵਿੱਚੋਂ ਇੱਕ ਘੜਾ ਪਾਣੀ ਦਾ ਭਰ ਲਿਆਵੇ ਤੇ ਘੜਾ ਪਾਣੀ ਦਾ ਭਰ ਕੇ ਹੁਣ ਤਿਸ ਆਗੇ ਗਰਭ ਜਨਾਵੇ। ਫਿਰ ਘੜਾ ਪਾਣੀ ਦਾ ਭਰ ਕੇ ਬੰਦਾ ਸਮੁੰਦਰ ਦੇ ਅੱਗੇ ਹੰਕਾਰ ਕਰੇ ਵੀ ਮੇਰੇ ਕੋਲ ਘੜਾ ਪਾਣੀ ਦਾ, ਤੇ ਬੰਦਾ ਤੇ ਮੂਰਖ ਹੀ ਹੋਇਆ ਨਾ।
ਘੜਾ ਭਰਿਆ ਵੀ ਸਮੁੰਦਰ ਦੇ ਵਿੱਚੋਂ ਹੈ, ਫਿਰ ਸਮੁੰਦਰ ਦੇ ਸਾਹਮਣੇ ਖਲੋ ਕੇ ਇਹ ਗੱਲ ਕਵੇ ਵੀ ਮੇਰੇ ਕੋਲ ਤੇ ਘੜਾ ਪਾਣੀ ਦਾ, ਤੇ ਪਾਤਸ਼ਾਹ ਕਹਿੰਦੇ ਉਹਨੂੰ ਕੀ ਕਵਾਂਗੇ? ਉਹਨੂੰ ਮੂਰਖ ਆਖਾਂਗੇ ਵੀ ਇਹ ਮੂਰਖ ਹੈ, ਸਮੁੰਦਰ ਦਾ ਹੀ ਪਾਣੀ ਲਿਆ, ਸਮੁੰਦਰ ਦੇ ਵਿੱਚੋਂ ਘੜਾ ਭਰਿਆ, ਔਰ ਘੜਾ ਭਰ ਕੇ ਉਹਨੂੰ ਸਮੁੰਦਰ ਦੇ ਅੱਗੇ ਹੀ ਹੰਕਾਰ ਵਿਖਾਉਂਦਾ ਵੀ ਮੇਰੇ ਕੋਲ ਬੜਾ ਪਾਣੀ ਹੈ। ਸਤਿਗੁਰੂ ਕਹਿੰਦੇ ਉਹ ਕੌਣ ਹੈ? ਉਸ ਨੂੰ ਮੂਰਖ ਆਖਿਆ ਜਾਂਦਾ ਹੈ। ਆਪਨ ਆਪ ਕੋ ਕਰੈ ਬਖਾਨੈ, ਤੇ ਜਿਹੜਾ ਆਪਣੇ ਆਪ ਨੂੰ ਵੀ ਮੈਂ ਵੱਡਾ ਹਾਂ, ਆਪਸ ਕੋ ਜੋ ਭਲਾ ਜਨਾਵੈ ਤਿਸੈ ਭਲਾਈ ਨਿਕਟ ਨਾ ਆਵੇ। ਮਹਾਰਾਜ ਦਾ ਬਚਨ ਹੈ ਨਾ, ਜਿਹੜਾ ਬੰਦਾ ਆਪਦੇ ਮੂੰਹ ਤੋਂ ਕਹਿੰਦਾ ਨਾ ਮੈਂ ਬੜਾ ਚੰਗਾ, ਮੈਂ ਬੜਾ ਚੰਗਾ, ਮੈਂ ਪਰਉਪਕਾਰੀ, ਉਹਦੇ ਲਾਗੇ ਭਲਾਈ ਆਉਂਦੀ, ਨੇੜੇ ਆਉਂਦੀ ਹੀ ਨਹੀਂ। ਭਲਾਈ ਉਹਨੂੰ ਵੇਖ ਕੇ ਹੀ ਭੱਜ ਜਾਂਦੀ ਹੈ ਵੀ ਇਹ ਬੰਦਾ ਤੇ ਪਹਿਲਾਂ ਹੀ ਫੁਕਰਾ ਹੰਕਾਰੀ ਹੈ, ਇਹ ਤੇ ਕੁਝ ਨਹੀਂ ਕਰਦਾ, ਤੇ ਪਹਿਲਾਂ ਆਪਣੀ ਹਉਮੈ ਜਨਾਉਂਦਾ, ਜੇ ਇਹਨੇ ਕੁਝ ਕਰ ਦਿੱਤਾ ਤੇ ਪਤਾ ਨਹੀਂ ਕੀ ਕਰੇਗਾ। ਭਲਾਈ ਉਹਦੇ ਨੇੜੇ ਹੀ ਨਹੀਂ ਆਉਂਦੀ, ਉਹਨੂੰ ਵੇਖ ਕੇ ਹੀ ਭੱਜ ਜਾਂਦੀ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਰਾਮਾਤਾਂ ਤੈਨੂੰ ਅਸੀਂ ਬਖਸ਼ੀਆਂ, ਤੂੰ ਸਾਡੇ ਕੋਲੋਂ ਕਰਾਮਾਤਾਂ ਲੈ ਕੇ ਸਾਨੂੰ ਹੀ ਕਹਿਣ ਲੱਗ ਪਿਆ ਵੀ ਮਹਾਰਾਜ ਮੈਂ ਦਿੱਲੀ ਤੇ ਲਾਹੌਰ ਨੂੰ ਆਪਸ ਵਿੱਚ ਟਕਰਾ ਦਿਆਂ। ਇਹ ਬਚਨ ਠੀਕ ਨਹੀਂ ਹੈ। ਜਿਸ ਤੇ ਲੀਨਸ ਤਿਸ ਨਹਿ ਜਾਣੈ। ਮਹਾਰਾਜ ਕਹਿਣ ਲੱਗੇ ਬੰਦਾ ਘੜਾ ਪਾਣੀ ਦਾ ਭਰ ਕੇ ਸਮੁੰਦਰ ਨੂੰ ਆਖਦਾ ਮੇਰੇ ਕੋਲ ਘੜਾ ਪਾਣੀ ਦਾ ਭਰਿਆ, ਪਰ ਬੰਦੇ ਨੇ ਇਹ ਨਹੀਂ ਸਮਝਿਆ ਵੀ ਇਹ ਘੜਾ ਵੀ ਤੇ ਇਹਦੇ ਵਿੱਚੋਂ ਹੀ ਭਰਿਆ ਨਾ ਜਿਹਨੂੰ ਵਿਖਾਉਂਦੇ ਪਏ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਬਿਲਕੁਲ ਇਸੇ ਤਰ੍ਹਾਂ ਤੂੰ ਸਾਡੇ ਮੁਖ ਦਾ ਗੰਨਾ ਚੂਬ ਕੇ ਕਰਾਮਾਤਾਂ ਲਈਆਂ, ਤੇ ਕਰਾਮਾਤਾਂ ਲੈ ਕੇ ਹੁਣ ਸਾਨੂੰ ਹੀ ਕਹਿੰਦਾ ਮਹਾਰਾਜ ਤੁਸੀਂ ਬਸ ਅੱਖ ਦਾ ਇਸ਼ਾਰਾ ਦੇ ਦਿਓ, ਮੈਂ ਦਿੱਲੀ ਨੂੰ ਗਰਕ ਕਰ ਦਿਆਂ, ਮੈਂ ਲਾਹੌਰ ਨੂੰ ਗਰਕ ਕਰ ਦਿਆਂ, ਪਰ ਤੇਰੇ ਮਨ ਵਿੱਚ ਇਹ ਗੱਲ ਨਹੀਂ ਆਈ ਵੀ ਇਹ ਕਰਾਮਾਤਾਂ ਵੀ ਤੇ ਗੁਰੂ ਕੋਲੋਂ ਮਿਲੀਆਂ, ਗੁਰੂ ਨੇ ਦਿੱਤੀਆਂ। ਜੇ ਤੂੰ ਇਹ ਗੱਲ ਸਮਝ ਲੈਂਦਾ ਤੇ ਚੁੱਪ ਕਰਕੇ ਬੈਠ ਜਾਂਦਾ। ਜਿਨ ਸੇਵਾ ਕਰ ਭੀ ਤੁਝ ਮਾਹੀ। ਇਹ ਗੁਰੂ ਦੀ ਸੇਵਾ ਕਰਕੇ, ਗੁਰੂ ਦਾ ਪ੍ਰਸ਼ਾਦ ਛਕਣ ਕਰਕੇ ਤੇਰੇ ਵਿੱਚ ਇਹ ਕਰਾਮਾਤ, ਇਹ ਤਾਕਤ ਆਈ ਹੈ। ਸੋ ਕਿਆ ਇਮ ਕਰ ਸਕਹਿ ਨਹੀਂ। ਮਹਾਰਾਜ ਕਹਿੰਦੇ ਕਿ ਅਸੀਂ ਨਹੀਂ ਕਰ ਸਕਦੇ, ਸਾਡੇ ਮੁਖ ਦਾ ਪ੍ਰਸ਼ਾਦ ਤੂੰ ਛਕਿਆ, ਤੇਰੇ ਵਿੱਚ ਇਹ ਤਾਕਤ ਆ ਗਈ ਵੀ ਤੂੰ ਸ਼ਹਿਰਾਂ ਦੀਆਂ ਟੱਕਰਾਂ ਲਵਾਉਣ ਲੱਗ ਪਿਆ, ਪਰ ਤੇਰੇ ਮਨ ਵਿੱਚ ਇਹ ਗੱਲ ਨਹੀਂ ਆਈ ਜਿਸ ਗੁਰੂ ਦਾ ਮੈਂ ਪ੍ਰਸ਼ਾਦ ਛਕਿਆ ਕਿ ਉਹ ਗੁਰੂ ਨਹੀਂ ਇਹ ਸਭ ਕੁਝ ਕਰ ਸਕਦਾ। ਗੁਰੂ ਵੀ ਤੇ ਕਰ ਸਕਦਾ ਹੈ ਨਾ। ਸਾਈਂ ਮੀਆਂ ਮੀਰ ਜੀ ਆਏ ਨਾ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ, ਮੱਥਾ ਟੇਕਿਆ, ਮਹਾਰਾਜ ਆਗਿਆ ਦਿਓ ਜੇ ਤੁਸੀਂ ਕਹੋ ਤੇ ਮੈਂ ਇਹਨਾਂ ਤੁਰਕਾਨਿਆਂ ਨੂੰ ਸਾਰਿਆਂ ਨੂੰ ਸਜ਼ਾ ਨਾ ਦੇ ਦੇਵਾਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਨਹੀਂ ਸਾਈਂ ਜੀ, ਜੇ ਸਜ਼ਾ ਦੇਣੀ ਹੋਵੇ ਤੇ ਅਸੀਂ ਵੀ ਤੇ ਸਮਰਾਥੀ ਹਾਂ ਨਾ, ਪਰ ਅਸੀਂ ਉਹਦਾ ਭਾਣਾ ਮੰਨਦੇ ਪਏ ਹਾਂ, ਤੁਸੀਂ ਵੀ ਭਾਣਾ ਮੰਨੋ। ਇਹ ਭਾਣਾ ਮੰਨਣ ਦੀ ਪ੍ਰਥਾ, ਹੁਕਮ ਮੰਨਣ ਦੀ ਪ੍ਰਥਾ, ਇਹ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦੇ ਵਿੱਚ ਹੈ। ਸਤਿਗੁਰਾਂ ਨੇ ਉਹਨੂੰ ਵੀ ਉਪਦੇਸ਼ ਦੇ ਕੇ ਨਿਹਾਲ ਕੀਤਾ। ਕਹਿਣ ਲੱਗੇ ਚਾਹੀਏ ਤੇ ਅਸੀਂ ਵੀ ਸਭ ਕੁਝ ਕਰ ਸਕਦੇ, ਪਰ ਅਸੀਂ ਉਹ ਬਚਨ ਤੈਨੂੰ ਦੱਸਦੇ ਪਏ ਹਾਂ, ਬ੍ਰਹਮ ਗਿਆਨੀ ਕਾ ਧੀਰਜ ਏਕ, ਜਿਉਂ ਬਸਦਾ ਕੂ ਖੁਦ ਹੈ ਕੂ ਚੰਦਨ ਲੇਪ। ਅਸੀਂ ਉਹ ਬਾਣੀ ਤੈਨੂੰ ਇਸੇ ਦੱਸਦੇ ਪਏ, ਬ੍ਰਹਮ ਗਿਆਨੀ ਦਾ ਧੀਰਜ ਕਿਵੇਂ ਦਾ ਹੁੰਦਾ, ਹੌਸਲਾ ਕਿਵੇਂ ਦਾ ਹੁੰਦਾ। ਇੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਗੁਰਮੁਖਾ ਤੈਨੂੰ ਇਹ ਨਾ ਸਮਝ ਆਈ ਜਿਸ ਗੁਰੂ ਦਾ ਮੈਂ ਪ੍ਰਸ਼ਾਦ ਛਕ ਕੇ ਏਡਾ ਵੱਡਾ ਕਰਾਮਾਤੀ ਹੋਇਆ, ਉਹ ਗੁਰੂ ਕਿੱਡਾ ਕਰਾਮਾਤੀ ਹੈ, ਤੈਨੂੰ ਇਹ ਖਬਰ ਸਮਝਣੀ ਚਾਹੀਦੀ ਹੈ। ਇਸ ਪ੍ਰਕਾਰ ਕੀ ਸੁਧ ਨਾ ਜਾਣੀ। ਤੂੰ ਇਸ ਪ੍ਰਕਾਰ ਦੀ ਖਬਰ ਨਹੀਂ ਜਾਣੀ ਵੀ ਗੁਰੂ ਸਮਰੱਥ ਹੈ, ਗੁਰੂ ਦੇ ਅੱਗੇ ਕੀ ਮਾਣ ਕਰਨਾ ਹੈ। ਹੁਣ ਸੂਰਜ ਚਮਕਦਾ ਪਿਆ ਨਾ ਆਕਾਸ਼ ਦੇ ਵਿੱਚ, ਸਾਰੀ ਦੁਨੀਆ ਤੇ ਚਾਨਣ ਕਰਦਾ ਪਿਆ, ਤੇ ਬੰਦਾ ਦੀਵਾ ਜਗਾ ਕੇ ਆਖੇ ਵੀ ਬਸ ਚਾਨਣ ਤੇ ਮੇਰੇ ਕੋਲ ਹੀ ਹੈ, ਦੀਵਾ ਤੇ ਮੇਰੇ ਕੋਲ ਹੀ ਹੈ। ਹੁਣ ਦੀਵੇ ਦਾ ਚਾਨਣ ਤੇ ਸੂਰਜ ਦਾ ਮਿਲ ਕੋਈ ਨਹੀਂ ਜਾਣਾ। ਜੁਗਨੂ ਕੀ ਹੰਕਾਰ ਕਰੇਗਾ ਸੂਰਜ ਦੇ ਅੱਗੇ? ਜੁਗਨੂ ਦੀ ਕੀ ਕਾਹਦੀ ਰੋਸ਼ਨੀ ਹੈ? ਜੁਗਨੂ ਜਗਦਾ ਹੈ ਨਾ ਰਾਤ ਨੂੰ, ਆਪਣੇ ਕਮਰੇ ਵਿੱਚ ਪ੍ਰਕਾਸ਼ ਨਹੀਂ ਕਰ ਸਕਦਾ, ਕੇਵਲ ਟਿਮਟਮਾਉਂਦਾ ਹੀ ਦਿਸਦਾ, ਪਰ ਸੂਰਜ ਦਾ ਮੁਕਾਬਲਾ ਤੇ ਨਹੀਂ ਨਾ। ਇਸੇ ਤਰ੍ਹਾਂ ਸਿੱਖਾ ਤੂੰ ਨਿੱਕੀ ਜੀ ਕਰਾਮਾਤ ਪਾ ਕੇ ਸਾਨੂੰ ਹੀ ਕਹਿਣ ਲੱਗ ਪਿਆ ਮਹਾਰਾਜ ਹੁਕਮ ਕਰੋ ਮੈਂ ਕੀ ਕਰਾਂ। ਤੈਨੂੰ ਸਮਝ ਲੈਣਾ ਚਾਹੀਦਾ ਗੁਰੂ ਸਮਰੱਥ ਹੈ। ਮੈਂ ਕਰਦਾ ਹਾਂ ਕਰਤ ਬਖਾਨੀ। ਤੂੰ ਆਖਿਆ ਸੀ ਮੈਂ ਮਹਾਰਾਜ ਇਹ ਕਰ ਦਿਆਂਗਾ, ਮੈਂ ਮਹਾਰਾਜ ਇਹ ਕਰ ਦਿਆਂਗਾ। ਇਹ ਸਿੱਖ ਨੇ ਇੱਥੋਂ ਤੱਕ ਬਚਨ ਕੀਤੇ ਸਨ, ਮਹਾਰਾਜ ਮੈਂ ਇਹਨਾਂ ਤੁਰਕਾਂ ਨੂੰ ਮਾਰ ਦਿਆਂਗਾ, ਇਹਨਾਂ ਦੇ ਬੱਚੇ ਮਾਰ ਦਿਆਂਗਾ, ਜਿਨ੍ਹਾਂ ਨੂੰ ਹਾਲੇ ਜਨਮ ਨਹੀਂ ਮਿਲਿਆ ਮੈਂ ਉਹਨਾਂ ਨੂੰ ਵੀ ਮਾਰ ਦਿਆਂਗਾ। ਤੂੰ ਐਸੇ ਬਚਨ ਸਾਡੇ ਸਾਹਮਣੇ ਆਖੇ ਹਨ। ਸਤਿਗੁਰ ਕਰੈ ਕ੍ਰਿਤ ਕੋ ਜੈਸੇ। ਜਿਵੇਂ ਗੁਰੂ ਕੰਮ ਕਰਦਾ ਹੈ ਜਾਂ ਜਿਵੇਂ ਗੁਰੂ ਚਾਹੁੰਦਾ ਹੈ ਨਾ, ਗੁਰੂ ਦੇ ਭਾਣੇ ਵਿੱਚ ਰਹੀਦਾ ਸਿੱਖਾ, ਭਾਣਾ ਮੰਨੀਦਾ, ਭਾਣੇ ਵਿੱਚ ਰਹਿਣਾ ਚਾਹੀਦਾ ਹੈ। ਸਿੱਖ ਨਾ ਤਰਕੈ ਤਿਸ ਕੋ ਕੈਸੇ। ਗੁਰੂ ਦੇ ਅੱਗੇ ਕਦੇ ਤਰਕ ਨਹੀਂ ਕਰਨੀ ਚਾਹੀਦੀ ਵੀ ਗੁਰੂ ਤੋਂ ਇਹ ਕੰਮ ਨਹੀਂ ਹੋਇਆ, ਗੁਰੂ ਨੇ ਇਹ ਕੰਮ ਠੀਕ ਨਹੀਂ ਕੀਤਾ, ਕਦੇ ਤਰਕ ਨਾ ਕਰ, ਕਿਉਂਕਿ ਗੁਰੂ ਵਿਸ਼ਾਲ ਹੈ, ਗੁਰੂ ਵੱਡਾ ਹੈ, ਗੁਰੂ ਦੀ ਬਰਾਬਰੀ ਤੂੰ ਨਹੀਂ ਕਰ ਸਕਦਾ।
ਕਦੇ ਵੀ ਗੁਰੂ ਦੇ ਕੀਤੇ ਤੇ ਹੰਕਾਰ ਨਹੀਂ ਕਰਨਾ ਚਾਹੀਦਾ, ਪਰ ਗੁਰੂ ਜਿਵੇਂ ਚਾਹੁੰਦਾ ਨਾ ਉਵੇਂ ਕਰਨਾ ਚਾਹੀਦਾ। ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਸਮੁੰਦਰ ਤੋਂ ਤੁਰੇ ਜਾਂਦੇ, ਭਾਈ ਬਾਲਾ ਤੇ ਮਰਦਾਨਾ ਜੀ ਨੂੰ ਕਹਿਣ ਲੱਗੇ ਵਾਹਿਗੁਰੂ ਮੰਤਰ ਦਾ ਜਾਪ ਕਰਕੇ ਮਗਰ ਮਗਰ ਤੁਰੇ ਆਓ। ਤੁਰਦੇ ਪਏ ਕਹਿਣ ਲੱਗੇ ਸਮੁੰਦਰ ਤੇ ਜਾਂਦੇ ਹਨ ਮਹਾਰਾਜ ਜਾਣ ਬੁੱਝ ਕੇ ਹੋਰ ਕੋਈ ਜਾਪ ਸ਼ੁਰੂ ਕਰ ਦਿੱਤਾ। ਭਾਈ ਮਰਦਾਨੇ ਦੇ ਕੰਨਾਂ ਵਿੱਚ ਆਵਾਜ਼ ਪੈ ਗਈ, ਮਹਾਰਾਜ ਨੇ ਸਾਨੂੰ ਤੇ ਵਾਹਿਗੁਰੂ ਮੰਤਰ ਆਖਿਆ, ਆਪ ਇਹ ਪਤਾ ਨਹੀਂ ਕਿਹੜਾ ਵੱਡਾ ਮੰਤਰ ਜਪਦੇ ਪਿਆ ਜਿਹੜਾ ਸਾਨੂੰ ਨਹੀਂ ਜਪਣ ਦਿੱਤਾ। ਕਿਉਂ ਨਾ ਹੋਵੇ ਮੈਂ ਉਹ ਮੰਤਰ ਜਪਾਂ ਜਿਹੜਾ ਗੁਰੂ ਜਪਦਾ ਪਿਆ। ਧਿਆਨ ਦੇ ਨਾਲ ਕੰਨ ਲਾ ਕੇ ਸੁਣਿਆ, ਮਹਾਰਾਜ ਇਹ ਜਾਪ ਕਰਦੇ ਪਏ। ਆਪ ਵੀ ਗੁਰੂ ਦਾ ਦੱਸਿਆ ਛੱਡ ਕੇ ਗੁਰੂ ਦੇ ਕੋਲੋਂ ਸੁਣ ਕੇ ਜਪਣ ਲੱਗ ਪਿਆ ਵੀ ਮੈਂ ਵੀ ਉਹ ਜਪਾਂ ਜੋ ਗੁਰੂ ਜਪਦਾ। ਥੋੜੇ ਸਮੇਂ ਬਾਅਦ ਪਾਣੀ ਵਿੱਚ ਡੁੱਬਣ ਲੱਗ ਪਿਆ। ਜਦੋਂ ਪਾਣੀ ਵਿੱਚ ਡੁੱਬਣ ਦੀ ਆਵਾਜ਼ ਆਈ ਤੇ ਮਹਾਰਾਜ ਨੇ ਮੁੜ ਕੇ ਵੇਖਿਆ, ਸਤਿਗੁਰੂ ਕਹਿਣ ਲੱਗੇ ਭਾਈ ਮਰਦਾਨਾ ਜੀ ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਜੋ ਗੁਰੂ ਕਹਿੰਦਾ ਹੈ ਨਾ ਉਹ ਬਚਨ ਮੰਨੀ ਦਾ। ਗੁਰੂ ਕੀ ਕਰਦਾ ਹੈ ਇਹਦੇ ਮਗਰ ਦੌੜ ਨਹੀਂ ਕਦੇ ਲਾਈ ਦੀ, ਕਿਉਂਕਿ ਗੁਰੂ ਤੇ ਸਮਰੱਥ ਹੈ, ਜੋ ਚਾਹਵੇ ਉਹ ਕਰ ਸਕਦਾ। ਪਰ ਜੇ ਆਪਾਂ ਵੀ ਉਹਦੇ ਮਗਰ ਹੀ ਦੌੜਾਂਗੇ ਤੇ ਫਿਰ ਅਸੀਂ ਡਿੱਗ ਪਵਾਂਗੇ ਨਾ। ਇੱਥੇ ਮਹਾਰਾਜ ਕਹਿ ਰਹੇ, ਕਹਿਣ ਲੱਗੇ ਸਿੱਖਾ ਗੁਰੂ ਕੀ ਚਾਹੁੰਦਾ, ਗੁਰੂ ਨੇ ਕੀ ਕਰਨਾ, ਬਸ ਉਹਦੇ ਉੱਪਰ ਧਿਆਨ ਰੱਖੀਦਾ। ਗੁਰੂ ਦੇ ਉੱਪਰ ਕਦੇ ਸ਼ੰਕਾ ਨਹੀਂ ਕਰੀਦਾ, ਕਦੇ ਭਰਮ ਨਹੀਂ ਕਰੀਦਾ ਹੈ। ਓਏ ਪ੍ਰਸੰਨ ਵਰਤੈ ਅਨੁਸਾਰੀ, ਕਿਉਂਕਿ ਗੁਰੂ ਜਿਹੜਾ ਨਾ ਆਪਣੀ ਪ੍ਰਸੰਨਤਾ ਦਾ ਮਾਲਕ ਹੈ, ਮੌਜ ਦਾ ਮਾਲਕ ਹੈ। ਜਿਵੇਂ ਗੁਰੂ ਨੂੰ ਚੰਗਾ ਲੱਗਦਾ ਗੁਰੂ ਉਸੇ ਤਰ੍ਹਾਂ ਵਰਤਦਾ ਹੈ। ਸੋ ਸਿੱਖ ਸੁਖਦ ਮੋਖ ਅਧਿਕਾਰੀ, ਜਿਹੜਾ ਸਿੱਖ ਗੁਰੂ ਦੀ ਮੌਜ ਵਿੱਚ ਰਹਿੰਦਾ, ਗੁਰੂ ਦੇ ਭਾਣੇ ਵਿੱਚ ਰਹਿੰਦਾ, ਜੋ ਗੁਰੂ ਕਰਦਾ, ਜਿਹੜਾ ਇਸ ਗੱਲ ਦੇ ਉੱਪਰ ਚੱਲਦਾ ਹੈ, ਉਹ ਸਿੱਖ ਨੂੰ ਇੱਥੇ ਵੀ ਸੁੱਖ ਮਿਲਦੇ ਨੇ, ਉਹਨੂੰ ਪਰਲੋਕ ਦੇ ਵਿੱਚ ਵੀ ਸੁੱਖ ਮਿਲਦੇ। ਜਿਹੜਾ ਇੱਥੇ ਵੀ ਕਹਿੰਦਾ ਨਾ ਵੀ ਮਹਾਰਾਜ ਨੇ ਆਹ ਨਹੀਂ ਚੰਗਾ ਕੀਤਾ, ਉਹ ਇੱਥੇ ਵੀ ਦੁਖੀ ਹੈ, ਉਹ ਪਰਲੋਕ ਦੇ ਵਿੱਚ ਵੀ ਦੁਖੀ ਹੈ। ਇਸ ਕਰਕੇ ਉਹਦੇ ਹੁਕਮ ਦੇ ਵਿੱਚ ਰਹਿ। ਹੁਕਮ ਹੈ ਅੰਦਰ ਸਭ ਕੋ, ਆਪਣੇ ਆਪ ਨੂੰ ਹੁਕਮ ਦੇ ਵਿੱਚ ਰੱਖ। ਗੁਰੂ ਜੋ ਕਰਦਾ ਹੈ ਉਹ ਭਲਾ ਕਰਦਾ ਹੈ, ਪਰ ਅਸੀਂ ਉਸ ਭਲੇ ਨੂੰ ਜਾਣਦੇ ਨਹੀਂ ਨਾ। ਤੁਮ ਕਰੋ ਭਲਾ ਹਮ ਭਲੋ ਨਾ ਜਾਣੈ, ਤੂੰ ਤੇ ਕਰਦਾ ਭਲਾ ਵੀ ਆਹ ਚੀਜ਼ ਸਿੱਖ ਨੂੰ ਦੇਵਾਂਗਾ ਤੇ ਭਲਾ ਹੈ, ਪਰ ਅਸੀਂ ਸਮਝਦੇ ਵੀ ਨਹੀਂ ਨਹੀਂ ਮਹਾਰਾਜ ਨੂੰ ਤੇ ਪਤਾ ਹੀ ਨਹੀਂ, ਮਹਾਰਾਜ ਤੇ ਨਿਆਣੇ ਨੇ, ਮੈਂ ਆ ਸਿਆਣਾ। ਤੁਮ ਕਰੋ ਭਲਾ ਹਮ ਭਲੋ ਨਾ ਜਾਣੈ, ਮੈਨੂੰ ਨਹੀਂ ਉਹ ਗੱਲ ਚੰਗੀ ਲੱਗੀ, ਕਿਉਂਕਿ ਮੇਰੇ ਮਨਪਸੰਦ ਦੀ ਗੱਲ ਹੋਈ ਨਹੀਂ ਨਾ। ਤੁਮ ਸਦਾ ਸਦਾ ਦਿਆਲਾ, ਤੁਸੀਂ ਤੇ ਸਦਾ ਹੀ ਦਿਆਲੂ, ਦਿਆਲਤਾ ਕਰਨ ਵਾਲੇ, ਕਰਦੇ ਤੇ ਸਾਡਾ ਭਲਾ ਹੋ, ਪਰ ਅਸੀਂ ਮੂਰਖ ਬੱਚੇ ਹਾਂ, ਸਮਝਦੇ ਨਹੀਂ ਵੀ ਇਹਦੇ ਵਿੱਚ ਸਾਡਾ ਭਲਾ ਹੈ। ਦਾਤ ਵੱਡੀ ਮੰਗ ਬੈਠੀ ਦੀ ਹੈ, ਦਾਤ ਬਹੁਤੀ ਮੰਗ ਬੈਠੀ ਦੀ ਹੈ, ਪਰ ਸਮਝਦੇ ਨਹੀਂ ਬਹੁਤੀ ਵੱਡੀ ਵਿੱਚ ਨਹੀਂ ਹੋ ਸਕਦਾ, ਸਾਡਾ ਛੋਟੀ ਵਿੱਚ ਹੀ ਭਲਾ ਹੋਵੇ, ਪਰ ਇਸ ਗੱਲ ਨੂੰ ਸਮਝਦਾ ਨਹੀਂ ਹੈ। ਗੁਰ ਸਰਬੱਗ ਜਾਨ ਸਭ ਕਰੇ, ਕਿਉਂਕਿ ਗੁਰੂ ਸਰਬੱਗ ਹੈ, ਗੁਰੂ ਸਮਰੱਥ ਹੈ, ਜੋ ਗੁਰੂ ਚਾਹੁੰਦਾ ਉਹ ਗੁਰੂ ਨੇ ਕਰਨਾ ਹੈ। ਸਿੱਖ ਅਲਪੱਗ ਗਰਭ ਕਿਆ ਧਰੈ, ਸਿੱਖ ਤੇ ਵਿਚਾਰਾ ਅਲਪੱਗ ਹੈ, ਸਿੱਖ ਤੇ ਹੈਗਾ ਤੁੱਛ। ਸਿੱਖ ਦਾ ਗੁਰੂ ਨਾਲ ਮੁਕਾਬਲਾ ਕੋਈ ਨਹੀਂ ਹੈ, ਨਾ ਸਿੱਖ ਕਰ ਸਕਦਾ। ਸਿੱਖ ਦਾ ਗੁਰੂ ਨਾਲ ਮੁਕਾਬਲਾ ਕੋਈ ਨਹੀਂ, ਕਿਉਂਕਿ ਗੁਰੂ ਸਮਰੱਥ ਕੋਈ ਵੀ ਭਾਣਾ ਵਰਤਾ ਸਕਦਾ, ਤੇ ਸਿੱਖ ਉਸ ਭਾਣੇ ਨੂੰ ਸਹਿ ਨਹੀਂ ਸਕੇਗਾ। ਇੱਕ ਵੇਲੇ ਭਾਈ ਗੁਰਦਾਸ ਜੀਆਂ ਨੇ ਲਿਖ ਦਿੱਤਾ ਆਪਣੀ ਬਾਣੀ ਵਿੱਚ, ਕਹਿਣ ਲੱਗੇ ਸਿੱਖ ਨੂੰ ਕਦੇ ਸਿਦਕ ਨਹੀਂ ਹਾਰਨਾ ਚਾਹੀਦਾ, ਸਿਦਕ ਵਿੱਚ ਰਹਿਣਾ ਚਾਹੀਦਾ, ਬੇੜਾ ਪਾਰ ਹੋ ਜਾਂਦਾ। ਵਾਰ ਪੜ੍ਹੀ ਨਾ ਗੁਰੂ ਹਰਗੋਬਿੰਦ ਪਾਤਸ਼ਾਹ ਨੇ, ਮਹਾਰਾਜ ਨੂੰ ਬਣ ਵਿੱਚ ਆ ਗਿਆ, ਕੱਲੇ ਸਿੱਖ ਦੇ ਸਿਦਕ ਨਾਲ ਗੱਲ ਨਹੀਂ ਬਣਨੀ, ਜਿੰਨਾ ਚਿਰ ਗੁਰੂ ਮਿਹਰ ਨਾ ਕਰੇ ਉਹਨਾਂ ਚਿਰ ਗੱਲ ਨਹੀਂ ਜੇ ਬਣਦੀ। ਮਹਾਰਾਜ ਨੇ ਜਾਣ ਬੁੱਝ ਕੇ ਆਖਿਆ ਜਾ ਘੋੜੇ ਲੈ ਕੇ ਆ ਕਾਬਲ ਤੋਂ, ਮਾਇਆ ਲੈ ਜਾ ਜਿੰਨੀ ਚਾਹੀਦੀ ਹੈ। ਖੁਰਜੀਆਂ ਮਾਇਆ ਦੀਆਂ ਭਰ ਲਈਆਂ, ਚਲਾ ਗਿਆ ਕਾਬਲ, ਘੋੜੇ ਖਰੀਦ ਲੈ, ਘੋੜੇ ਪਸੰਦ ਕਰ ਲੈ। ਮਾਇਆ ਦੇਣੀ ਸੌਦਾ ਪੂਰਾ ਤੈਅ ਹੋ ਗਿਆ ਵੀ ਇੰਨੇ ਪੈਸੇ ਦੇਵਾਂਗੇ ਘੋੜੇ ਖਰੀਦਾਂਗੇ। ਜਦੋਂ ਸਾਰੀ ਗੱਲਬਾਤ ਤੈਅ ਹੋ ਗਈ ਨਾ, ਤੇ ਭਾਈ ਸਾਹਿਬ ਜੀ ਮਾਇਆ ਲੈਣ ਵਾਸਤੇ ਆਪਣੇ ਤੰਬੂ ਵਿੱਚ ਆਏ ਜਿੱਥੇ ਰੱਖਿਆ ਸੀ ਮਾਇਆ ਦਾ ਥੈਲਾ। ਜਦੋਂ ਥੈਲਾ ਖੋਲ੍ਹ ਕੇ ਵੇਖਿਆ ਉਹਦੇ ਵਿੱਚ ਮਾਇਆ ਨਹੀਂ, ਸਵਾਹ ਹੀ ਸਵਾਹ ਭਰੀ ਹੋਈ ਹੈ। ਡਰ ਗਿਆ ਮਨ, ਹੁਣ ਕੀ ਬਣੇ। ਪਹਿਲਾਂ ਤਾਂ ਕਹਿੰਦੇ ਸਨ ਵੀ ਸਿਦਕ ਪੂਰਾ ਹੋਣਾ ਚਾਹੀਦਾ, ਭਰੋਸਾ ਪੂਰਾ, ਹੁਣ ਭਰੋਸਾ ਨਹੀਂ ਰਹਿ ਗਿਆ। ਮੈਂ ਇੰਨੇ ਬੰਦਿਆਂ ਵਿੱਚ ਗੱਲ ਕਰ ਆਇਆ ਵੀ ਘੋੜੇ ਮੈਂ ਲੈ ਕੇ ਜਾਵਾਂਗਾ, ਮਾਇਆ ਮੈਂ ਦੇ ਕੇ ਜਾਵਾਂਗਾ, ਹੁਣ ਮੇਰੀ ਮਾਇਆ ਸੁਆਹ ਬਣ ਗਈ ਹੈ, ਮੈਂ ਕੀ ਮੂੰਹ ਵਿਖਾਵਾਂ ਜਾ ਕੇ। ਉਹਨਾਂ ਨੂੰ ਮਿਲਣ ਨਹੀਂ ਗਿਆ, ਤੰਬੂ ਦੇ ਵਿੱਚੋਂ ਮੋਰਾ ਕੱਢਿਆ, ਪਿੱਛੋਂ ਦੀ ਭੱਜ ਗਿਆ, ਭੱਜ ਕੇ ਜਾ ਕੇ ਕਿਤੇ ਕਸ਼ਮੀਰ ਵਾਲੇ ਕਾਂਸ਼ੀ ਵਾਲੇ ਇਲਾਕੇ 'ਚ ਕਿਤੇ ਜਾ ਕੇ ਲੁਕ ਗਏ। ਬਾਅਦ ਵਿੱਚ ਉਹ ਸੁਦਾਗਰ ਤੇ ਕੁਝ ਸਿੱਖ ਆਏ ਵੀ ਆਇਆ ਕਿਉਂ ਨਹੀਂ, ਉਹ ਭਾਈ ਪੈਸੇ ਲੈ ਕੇ। ਜਦੋਂ ਆ ਕੇ ਵੇਖਦੇ ਮਾਇਆ ਉਸੇ ਤਰ੍ਹਾਂ ਝੋਲੇ ਵਿੱਚ ਭਰੀ ਪਈ। ਉਹਨਾਂ ਨੇ ਆਪਣੀ ਮਾਇਆ ਲਈ, ਘੋੜੇ ਸਿੱਖਾਂ ਨੂੰ ਦਿੱਤੇ ਤੇ ਚਲੇ ਗਏ।
ਇਹ ਸਾਖੀ ਤੋਂ ਭਾਵ ਇਹ ਸੀਗਾ, ਜੇ ਬੰਦਾ ਇਹ ਗੱਲ ਕਵੇ ਨਾ ਵੀ ਮੈਂ ਬੜਾ ਸਿਦਕ ਵਿੱਚ ਪੱਕਾ, ਮੈਂ ਬੜਾ ਭਰੋਸੇ ਵਿੱਚ, ਜੇ ਇਹ ਵੀ ਗੱਲ ਆ ਗਈ ਤਾਂ ਤੇਰੇ ਕੋਲੋਂ ਗੁਰੂ ਦੀ ਮਰਿਆਦਾ ਦੇ ਉੱਪਰ ਨਿਭਿਆ ਨਹੀਂ ਜਾਣਾ। ਜਦੋਂ ਗੁਰੂ ਨੇ ਪਰਖ ਪਾਈ ਨਾ, ਤੈਨੂੰ ਭੱਜਣਾ ਪੈਣਾ ਉਸ ਵੇਲੇ। ਤੇਰਾ ਸਿਦਕ ਵੀ ਤਾਂ ਨਿਭ ਸਕਦਾ ਹੈ ਜੇ ਗੁਰੂ ਰਹਿਮਤ ਕਰੇ, ਗੁਰੂ ਬਖਸ਼ਿਸ਼ ਕਰੇ, ਤਾਂ ਸਿਦਕ ਨਿਭਦਾ। ਕਦੇ ਮਾਨ ਨਾ ਕਰਿਆ ਕਰ। ਮਹਾਰਾਜ ਜੀ ਇੱਥੇ ਕਹਿਣ ਲੱਗੇ, ਕਹਿੰਦੇ ਸਿੱਖ ਹੈ ਅਲਪੱਗ, ਤੁੱਛ, ਅਸੀਂ ਕੁਝ ਨਹੀਂ ਕਰ ਸਕਦੇ। ਗੁਰੂ ਸਮਰੱਥ ਹੈ, ਉਹ ਸਭ ਕੁਝ ਕਰ ਸਕਦਾ ਹੈ, ਇਸ ਗੱਲ ਤੇ ਭਰੋਸਾ ਰੱਖ। ਜਾਂ ਤੇ ਸਿਮਰੋ ਸ੍ਰੀ ਕਰਤਾਰਾ। ਸਤਿਗੁਰੂ ਸਿੱਖ ਨੂੰ ਕਹਿ ਰਿਹਾ, ਕਹਿੰਦੇ ਸਿੱਖਾ ਸ਼੍ਰੀ ਕਰਤਾਰ, ਜੋ ਅਕਾਲ ਪੁਰਖ ਹੈ ਨਾ, ਉਹਦਾ ਸਿਮਰਨ ਕਰ। ਕਰਤਾਰ ਉਹਨੂੰ ਤਾਂ ਕਿਹਾ ਜਾਂਦਾ ਹੈ, ਪਰਮਾਤਮਾ ਦੇ ਕਈ ਨਾਮ ਨੇ, ਪਰ ਉਹ ਨਾਮ ਕਿਸੇ ਨਾ ਕਿਸੇ ਕੰਮ ਕਰਕੇ ਪਏ ਨੇ। ਕਰ ਨਾਮ ਹੱਥ ਦਾ ਹੈ ਤੇ ਤਾਰ ਨਾਮ ਹੈ ਡੋਰੀ ਦਾ, ਜਿਹਦੇ ਹੱਥਾਂ ਵਿੱਚ ਸਾਰੇ ਜੀਵਾਂ ਦੀ ਸਵਾਸਾਂ ਦੀ ਡੋਰੀ ਫੜੀ ਹੋਈ ਹੈ। ਜਿੰਨੀ ਕੁ ਡੋਰੀ ਛੱਡਦਾ ਉਨੇ ਕੁ ਸਾਨੂੰ ਸਵਾਸ ਆਉਂਦੇ। ਜਿਸ ਪਰਮਾਤਮਾ ਦੇ ਹੱਥਾਂ ਦੇ ਵਿੱਚ ਸਾਡੀ ਰੋਜੀ ਰੋਟੀ ਦੀ ਡੋਰ ਫੜੀ ਹੋਈ ਹੈ, ਉਹਨੂੰ ਕਿਹਾ ਜਾਂਦਾ ਕਰਤਾਰ। ਮਹਾਰਾਜ ਕਹਿੰਦੇ ਸਿਮਰਨ ਉਹਦਾ ਕਰ ਜਿਹੜਾ ਸਵਾਸ ਦੇਣ ਵਾਲਾ, ਸਿਮਰਨ ਉਹਦਾ ਕਰ ਜਿਹੜਾ ਰੋਜੀ ਰੋਟੀ ਦੇਣ ਵਾਲਾ, ਤਾਂ ਕਿ ਤੇਰਾ ਭਲਾ ਹੋ ਜਾਵੇ। ਸੋ ਸਭ ਜੀਵਨ ਕੋ ਆਧਾਰਾ। ਉਹ ਪਰਮਾਤਮਾ ਸਾਰੇ ਜੀਵਾਂ ਨੂੰ ਜੀਵਨ ਦੇਣ ਦਾ ਆਧਾਰ ਕਹੀਏ, ਆਸਰਾ ਹੈ। ਉਹ ਸਾਰਿਆਂ ਨੂੰ ਆਸਰਾ ਦਿੰਦਾ ਹੈ। ਸੁਨਤ ਸਿੱਖ ਨੇ ਬੰਧਨ ਠਾਣੇ। ਉਹ ਜਿਹੜਾ ਸਿੱਖ ਸੀ ਨਾ, ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਗੁਰਮੁਖੋ ਉਪਦੇਸ਼ ਉਸ ਇਕੱਲੇ ਸਿੱਖ ਵਾਸਤੇ ਨਹੀਂ ਹੈ। ਅਸੀਂ ਕਿਤੇ ਨਾ ਭੁੱਲ ਜਾਈਏ ਵੀ ਮਹਾਰਾਜ ਉਹਨੂੰ ਕਹਿੰਦੇ ਪਏ, ਅਸੀਂ ਤੇ ਬਸ ਕਥਾ ਦਾ ਆਨੰਦ ਲੈਣ ਆਏ, ਸਵਾਦ ਲੈਣ ਆਏ, ਥੋੜਾ ਚਿਰ ਆਖਾਂਗੇ ਬੜਾ ਵਧੀਆ, ਬੜਾ ਚੰਗਾ, ਬਾਅਦ ਵਿੱਚ ਭੁੱਲ ਜਾਵਾਂਗੇ। ਐਸੀ ਬਾਤ ਨਹੀਂ ਹੈ। ਇਹ ਉਪਦੇਸ਼ ਸਾਡੇ ਵਾਸਤੇ ਵੀ ਹੈ। ਕਦੇ ਵੀ ਗੁਰੂ ਤੇ ਸ਼ੰਕਾ ਨਾ ਕਰ ਬੈਠੀ ਵੀ ਮੇਰਾ ਗੁਰੂ ਕੁਝ ਕਰ ਹੀ ਨਹੀਂ ਸਕਦਾ, ਮੈਂ ਗੁਰੂ ਨੂੰ ਛੱਡਾਂ ਤੇ ਫਲਾਣੇ ਬਾਬੇ ਦੀ ਜਾ ਕੇ ਚੌਂਕੀ ਭਰਾਂ, ਉੱਥੇ ਜਾ ਕੇ ਸਿਰ ਮਾਰਾਂ, ਲਾਚੀਆਂ ਦਾ ਪ੍ਰਸ਼ਾਦ ਲੈ ਕੇ ਆਵਾਂ। ਕਦੇ ਇਹ ਕਰਮ ਤੇਰੇ ਮਨ ਵਿੱਚ ਨਾ ਆ ਜਾਵੇ। ਕਦੇ ਗੁਰੂ ਦੇ ਉੱਪਰ ਸ਼ੰਕਾ ਨਹੀਂ ਕਰਨਾ, ਸਮਰੱਥ ਜਾਣ ਕੇ ਸੇਵਾ ਕਰ। ਤੁਮਰੀ ਗਤ ਤੁਮ ਹੀ ਪ੍ਰਭ ਜਾਨੀ। ਨਾਲ ਬੇਨਤੀ ਕਰ ਸਤਿਗੁਰੂ, ਗਤ ਨਾਮ ਮਰਿਆਦਾ ਦਾ ਹੈ। ਤੁਮਰੀ ਗਤ ਪ੍ਰਭ ਤੁਮ ਹੀ ਜਾਨੀ। ਆਪਣੀ ਮਰਿਆਦਾ ਨੂੰ ਤੁਸੀਂ ਆਪ ਹੀ ਜਾਣਦੇ ਹੋ, ਮੈਂ ਕੀ ਜਾਣਦਾ। ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ। ਸੋ ਮਹਾਰਾਜ ਜੀਆਂ ਦੇ ਬਚਨ ਕਹਿਣ ਲੱਗੇ, ਆਪਣੀ ਮਰਿਆਦਾ ਤੁਸੀਂ ਆਪੇ ਹੀ ਜਾਣਦੇ ਹੋ, ਉਸ ਮਰਿਆਦਾ ਨੂੰ ਦੂਜਾ ਕੋਈ ਸਮਝ ਨਹੀਂ ਸਕਦਾ ਹੈ। ਅਵਗਿਆ ਕਰੈ ਤੁਮਾਰੀ। ਮਹਾਰਾਜ ਕਹਿਣ ਲੱਗੇ, ਸੋ ਇਹ ਜਿਹੜੇ ਤੁਰਕ ਨੇ ਇਹ ਤੁਹਾਡੀ ਵਗਿਆ ਕਰਦੇ ਹਨ। ਸੋ ਹਮ ਤੇ ਨ ਜਾਤ ਸਹਾਰੇ। ਇਹ ਸਿੱਖ ਨੇ ਫਿਰ ਬੇਨਤੀ ਕੀਤੀ, ਮਹਾਰਾਜ ਇਹ ਗੱਲ ਠੀਕ ਹੈ, ਤੁਸੀਂ ਆਪਣੀ ਮਰਿਆਦਾ ਖੁਦ ਜਾਣਦੇ, ਪਰ ਪਾਤਸ਼ਾਹ ਇਹ ਵੀ ਗੱਲ ਠੀਕ ਹੈ, ਇਹ ਲੋਕ ਤੁਹਾਡਾ ਨਿਰਾਦਰ ਕਰਦੇ ਨਾ, ਕਦੇ ਭੂਤ ਵਾਲੀ ਹਵੇਲੀ ਵਿੱਚ ਬੰਦ ਕਰ ਦਿੰਦੇ, ਕਦੇ ਕੁਝ ਕਰਦੇ, ਕਦੇ ਕੁਝ ਕਰਦੇ। ਸਤਿਗੁਰੂ ਸਾਡੇ ਕੋਲੋਂ ਵੇਖਿਆ ਨਹੀਂ ਨਾ ਜਾਂਦਾ, ਅਸੀਂ ਤੁਹਾਡੇ ਸਿੱਖ ਹੋਏ ਤੇ ਸਿੱਖ ਗੁਰੂ ਦੀ ਨਿਰਾਦਰੀ ਨਹੀਂ ਕਦੇ ਵੇਖ ਸਕਦਾ। ਨਿਰਾਦਰੀ ਵੇਖਣੀ ਤੇ ਦੂਰ ਦੀ ਗੱਲ ਹੈ। ਮਹਾਰਾਜ ਦਾ ਬਚਨ ਹੈ, ਗੁਰ ਕੀ ਨਿੰਦਾ ਸੁਣੇ ਨਾ ਕਾਨ। ਸਿੱਖ ਆਪਣੇ ਗੁਰੂ ਦੀ ਨਿੰਦਿਆ ਦਾ ਬਚਨ ਕੰਨਾਂ ਵਿੱਚ ਵੀ ਨਾ ਸੁਣੇ। ਨਿਰਾਦਰੀ ਵੇਖਣੀ ਤੇ ਬੜੀ ਦੂਰ ਦੀ ਗੱਲ ਹੈ। ਜੇ ਕੋਈ ਗੱਲ ਵੀ ਕਰੇ ਨਾ, ਉਹ ਵੀ ਕੰਨਾਂ ਵਿੱਚ ਨਾ ਸੁਣੇ। ਫਿਰ ਕੀ ਕਰੇ, ਭੇਟਾ ਸੰਗ ਕਰੇ ਕਿਰਪਾਨ। ਰਹਿਤਨਾਮਿਆਂ ਦੇ ਵਿੱਚ ਬਚਨ ਨੇ ਵੀ ਉਸ ਬੰਦੇ ਦਾ ਸਿਰ ਫਿਰ ਕਿਰਪਾਨ ਦੀ ਭੇਟ ਕਰ ਦੇਵੇ ਜਿਹਨੇ ਨਿੰਦਿਆ ਕੀਤੀ ਹੈ। ਐਸਾ ਸਿੱਖ ਪੱਕਾ ਹੋਣਾ ਚਾਹੀਦਾ। ਇਹ ਸਿੱਖ ਵੀ ਕਹਿ ਰਿਹਾ, ਕਹਿੰਦਾ ਮਹਾਰਾਜ ਠੀਕ ਮੈਂ ਹੰਕਾਰ ਵਿੱਚ ਬਚਨ ਤੇ ਕੀਤੇ, ਪਰ ਅਸੀਂ ਵੀ ਕੀ ਕਰੀਏ, ਅਸੀਂ ਤੁਹਾਡਾ ਨਿਰਾਦਰ ਨਹੀਂ ਵੇਖ ਸਕਦੇ। ਜਿਵੇਂ ਇਹ ਲੋਕ ਕਰਦੇ ਨਾ ਤੁਹਾਡੇ ਨਾਲ, ਅਪਮਾਨ ਕਰਦੇ ਪਏ, ਮਹਾਰਾਜ ਸਾਡੇ ਕੋਲੋਂ ਵੇਖਿਆ ਨਹੀਂ ਜਾਂਦਾ ਹੈ। ਜਾਂ ਤੇ ਤੁਮਰੇ ਨਿਕਟ ਬਖਾਨੀ। ਇਸ ਕਰਕੇ ਮਹਾਰਾਜ ਮੈਂ ਬਚਨ ਤਾਂ ਤੁਹਾਡੇ ਕੋਲ ਕੀਤੇ ਵੀ ਅਸੀਂ ਇਹ ਕੁਝ ਵੇਖ ਨਹੀਂ ਸਕਦੇ। ਹਾਂ ਸਿਮਹੁ ਪ੍ਰਭੂ ਹਮ ਬੁੱਧ ਅਨਜਾਨੀ। ਪਰ ਮਹਾਰਾਜ ਮਾਫ ਕਰ ਦਿਓ, ਅਸੀਂ ਅਣਜਾਣ ਆ ਨਾ, ਮੈਨੂੰ ਨਹੀਂ ਸੀ ਪਤਾ ਵੀ ਇਹ ਗੱਲਾਂ ਨਹੀਂ ਕਰਨੀਆਂ, ਮੈਨੂੰ ਅਣਜਾਣ ਸਮਝ ਕੇ ਮਾਫ ਕਰ ਦੇਣਾ ਕਰੋ। ਬਹੁਰ ਨ ਕਰ ਹੈ ਕਬਹਿ ਉਚਾਰੀ। ਫਿਰ ਬੜਿਓ ਬਹੁਰ ਨ ਕਰ ਹੈ ਕਬਹਿ ਉਚਾਰੀ। ਮਹਾਰਾਜ ਫਿਰ ਕਦੇ ਇਹੋ ਜਿਹਾ ਬਚਨ ਨਹੀਂ ਕਰਾਂਗੇ। ਅੱਜ ਅਸੀਂ ਇਹ ਬਚਨ ਪੱਲੇ ਬੰਨ੍ਹ ਲਿਆ ਵੀ ਕਦੇ ਮਾਨ ਨਹੀਂ ਕਰਨਾ, ਹੰਕਾਰ ਨਹੀਂ ਕਰਨਾ, ਜੀਵਨ ਕਮਾਉਣਾ। ਇਸ ਤੋਂ ਬਾਅਦ ਵਿੱਚ ਕਦੇ ਮੈਂ ਇਹੋ ਜਿਹੀ ਗਲਤੀ ਨਹੀਂ ਕਰਾਂਗਾ। ਜਿਮ ਭਾਵੇ ਕੀਜੈ ਤਿਮਕਾਰੀ। ਮਹਾਰਾਜ ਜਿਵੇਂ ਤੁਹਾਨੂੰ ਚੰਗਾ ਲੱਗਦਾ ਨਾ, ਤੁਸੀਂ ਉਸੇ ਤਰ੍ਹਾਂ ਹੀ ਕਰੋ। ਤੁਸੀਂ ਕੁਰਬਾਨੀ ਦੇਣੀ ਹੈ, ਸ਼ਹੀਦੀ ਦੇਣੀ ਹੈ, ਕੈਦ ਕੱਟਣੀ ਹੈ, ਕੀ ਤੁਸੀਂ ਕਰਨਾ, ਇਹ ਤੁਹਾਡੀ ਮੌਜ ਹੈ। ਮੈਂ ਅੱਜ ਤੋਂ ਬਾਅਦ ਕਿਸੇ ਗੱਲ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਖਲ ਅੰਦਾਜ਼ੀ ਨਹੀਂ ਕਰਦਾ। ਹਾਂ ਇਸ ਪ੍ਰਕਾਰ ਸਿੱਖ ਕੋ ਸਮਝਾਏ। ਇਸ ਤਰ੍ਹਾਂ ਮਹਾਰਾਜ ਜੀਆਂ ਨੇ ਆਪਣੇ ਸਿੱਖ ਨੂੰ ਸਮਝਾਇਆ ਹੈ। ਗਮਨੇ ਗੁਰੂ ਗਿਆਨ ਗਤ ਦਾਏ। ਸਤਿਗੁਰੂ ਪਾਤਸ਼ਾਹ ਜੀ ਗਿਆਨ ਦੇਣ ਵਾਲੇ, ਮੁਕਤੀ ਦੇਣ ਵਾਲੇ, ਚੱਲ ਪਏ ਉਸ ਰਸਤੇ ਤੇ
ਜਿਹੜਾ ਰਸਤਾ ਔਰੰਗਜ਼ੇਬ ਦੀ ਕਚਹਿਰੀ ਨੂੰ ਜਾਂਦਾ ਨਾ, ਜਿੱਥੇ ਉਹ ਬੈਠਾ ਹੋਇਆ ਔਰੰਗਜ਼ੇਬ ਬਾਦਸ਼ਾਹ ਆਪਣੇ ਵਜ਼ੀਰਾਂ ਦੇ ਨਾਲ, ਮਹਾਰਾਜ ਉਸ ਰਸਤੇ ਨੂੰ ਔਰੰਗਜ਼ੇਬ ਨੂੰ ਮਿਲਣ ਵਾਸਤੇ ਪਾਤਸ਼ਾਹ ਜੀ ਚੱਲੇ ਹਨ। ਕੇਤਕ ਚੌਕੀਦਾਰ ਸਿਪਾਹੀ ਮਹਾਰਾਜ ਜੀਆਂ ਦੇ ਨਾਲ ਕੁਝ ਚੌਕੀਦਾਰ ਜਿਹੜੇ ਆਵਾਜ਼ ਦਿੰਦੇ ਜਾਂਦੇ ਰਸਤੇ ਦੇ ਵਿੱਚ ਵੀ ਸਾਈਡ ਦੇ ਦਿਓ, ਪਾਸੇ ਹਟ ਦਿਓ, ਵੀ ਸਤਿਗੁਰੂ ਪਾਤਸ਼ਾਹ ਆ ਰਹੇ ਨੇ, ਨਾਲ ਫੌਜਾਂ ਆ ਰਹੀਆਂ। ਕੁਝ ਸਿਪਾਹੀ ਨੇ ਨਾਲ, ਜਿਨ੍ਹਾਂ ਨੇ ਹੱਥਾਂ ਵਿੱਚ ਬਰਛੇ ਤੇ ਤਲਵਾਰਾਂ ਫੜੀਆਂ ਹੋਈਆਂ, ਬੜੀ ਚੌਕਸੀ ਦੇ ਨਾਲ, ਬੜੀ ਹੁਸ਼ਿਆਰੀ ਦੇ ਨਾਲ ਮਹਾਰਾਜ ਦੇ ਅੱਗੇ ਪਿੱਛੇ ਦੌੜੇ ਜਾਂਦੇ ਹਨ। ਚਲੇ ਸੰਗ ਗਹਿ ਆਯੁਧ ਪਾਹੀ। ਇਹ ਸਾਰੇ ਧਿਆਨ, ਸਾਰੇ ਜਿਹੜੇ ਨੇ ਤਿਆਰ ਬਰ ਤਿਆਰ ਨੇ ਵੀ ਕਿਸੇ ਤਰ੍ਹਾਂ ਦਾ ਕੋਈ ਵਿਅਕਤੀ ਹਮਲਾ ਨਾ ਕਰ ਦੇਵੇ, ਸਤਿਗੁਰਾਂ ਨੂੰ ਕੋਈ ਛੁਡਾ ਕੇ ਨਾ ਲੈ ਜਾਵੇ, ਤਾਂ ਇਹ ਫੌਜਾਂ ਦੇ ਪੱਕੇ ਪ੍ਰਬੰਧ ਹਨ। ਹਿਤ ਤਕਰਾਈ ਕੇ ਚਾਹੂੰ ਔਰ, ਆਪਣੀ ਤਕੜਾਈ ਕਰਨ ਵਾਸਤੇ ਵੀ ਸਾਡੇ ਘੇਰੇ ਨੂੰ ਕੋਈ ਤੋੜੇ ਨਾ, ਕੋਈ ਹਮਲਾ ਨਾ ਕਰੇ। ਚਾਰ ਚਫੇਰੇ ਔਰੰਗਜ਼ੇਬ ਦੇ ਸਿਪਾਹੀ ਫੈਲੇ ਹੋਏ ਹਨ। ਜਾਤ ਸਾਥ ਦਿਖਰਾਵਤ ਜੋ, ਤੇ ਨਾਲ ਨਾਲ ਆਪਣੀ ਤਾਕਤ ਵਿਖਾਉਂਦੇ ਜਾਂਦੇ ਦੁਨੀਆ ਨੂੰ ਵੀ ਜੇ ਸਾਡੇ ਨਾਲ ਕੋਈ ਲੜਾਈ ਕਰੇਗਾ, ਕੋਈ ਝਗੜਾ ਕਰੇਗਾ ਜਾਂ ਗੁਰੂ ਨੂੰ ਛਡਾਉਣ ਦੀ ਕੋਸ਼ਿਸ਼ ਕਰੇਗਾ, ਸਾਡੇ ਵਿੱਚ ਕਿੰਨਾ ਬਲ ਹੈ, ਇਹ ਬਲ ਦਾ ਪ੍ਰਦਰਸ਼ਨ ਵੀ ਨਾਲ ਕਰਦੇ ਹਨ। ਸਨੇ ਸਨੇ ਗਮਨਤ ਮਗ ਜਾਤ। ਸਤਿਗੁਰੂ ਪਾਤਸ਼ਾਹ ਹੌਲੀ ਹੌਲੀ ਆਪਣੀ ਮੌਜ ਦੇ ਨਾਲ ਰਸਤੇ ਦੇ ਉੱਪਰ, ਜਿਹੜਾ ਰਸਤਾ ਔਰੰਗਜ਼ੇਬ ਦੀ ਕਚਹਿਰੀ ਨੂੰ ਜਾਂਦਾ ਹੈ ਨਾ, ਉਸ ਰਸਤੇ ਦੇ ਉੱਪਰ ਮਹਾਰਾਜ ਤੁਰੇ ਜਾਂਦੇ ਹਨ। ਕੁਸ਼ਕ ਸਿੱਖ ਜਿਨ ਕੇ ਪਛਾਤ। ਮਹਾਰਾਜ ਦੇ ਨਾਲ ਕੁਝ ਸਿੱਖ, ਕਿੰਨੇ ਕੁ 5 ਸਿੱਖ ਗਿਣਤੀ ਦੇ ਨਾਲ ਨੇ ਮਹਾਰਾਜ ਜੀਆਂ ਦੇ, ਅੱਗੇ ਅੱਗੇ ਸਤਿਗੁਰੂ ਨੇ, 5 ਸਿੱਖ ਮਹਾਰਾਜ ਦੇ ਪਿੱਛੇ ਪਿੱਛੇ ਹੌਲੀ ਹੌਲੀ ਤੁਰੇ ਜਾਂਦੇ ਹਨ। ਸ੍ਰੀ ਸਤਿਗੁਰ ਤਵ ਜਾਏ ਪਹੁੰਚੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਚਲਦਿਆਂ ਚਲਦਿਆਂ ਉਸ ਜਗ੍ਹਾ ਦੇ ਉੱਪਰ ਪਹੁੰਚ ਗਏ ਹਨ। ਦੁਰਗ ਤੁਰਕ ਪਤ ਕੇ ਪਿਤ ਉੱਚੇ। ਜਿੱਥੇ ਉਹ ਔਰੰਗਜ਼ੇਬ ਬਾਦਸ਼ਾਹ ਬੈਠਾ, ਕਿੱਥੇ ਬੈਠਾ ਹੋਇਆ? ਲਾਲ ਕਿਲਾ, ਜਿਸ ਨੂੰ ਅੱਜ ਵੀ ਤੁਸੀਂ ਵੇਖਦੇ ਹੋ ਨਾ ਜਾ ਕੇ, ਲਾਲ ਕਿਲਾ। ਉਸ ਕਿਲੇ ਦੇ ਵਿੱਚ ਕਚਹਿਰੀ ਲਾ ਕੇ ਔਰੰਗਜ਼ੇਬ ਬਾਦਸ਼ਾਹ ਬੈਠਾ। ਸਤਿਗੁਰੂ ਚਲਦਿਆਂ ਚਲਦਿਆਂ ਉਸ ਕਿਲੇ ਦੇ ਦਰਵਾਜ਼ੇ ਤੱਕ ਪਹੁੰਚ ਗਏ ਤੇ ਫਿਰ ਉਨਹ ਪੌਰ ਮੈਂ ਭਏ ਪ੍ਰਵੇਸ਼। ਅਤੇ ਫਿਰ ਸਿਪਾਹੀਆਂ ਨੇ ਆਖਿਆ, ਮਹਾਰਾਜ ਆ ਦਰਵਾਜ਼ਾ ਹੈ, ਇਹਦੀਆਂ ਪੌੜੀਆਂ ਚੜ੍ਹ ਕੇ ਆਪਾਂ ਅੱਗੇ ਜਾਣਾ। ਸਤਿਗੁਰਾਂ ਨੇ ਪੌੜੀ ਦੇ ਉੱਪਰ ਆਪਣਾ ਚਰਨ ਰੱਖਿਆ, ਪਵਿੱਤਰ ਪੈਰ ਰੱਖਿਆ, ਮਹਾਰਾਜ ਚੜ੍ਹ ਕੇ ਅੱਗੇ ਨੂੰ ਤੁਰੇ ਜਾਂਦੇ ਹਨ। ਅਰੇ ਸੁਭਟ ਗਹਿ ਸ਼ਸਤਰ। ਤੇ ਬਾਦਸ਼ਾਹ ਦੇ ਹਰੇਕ ਦਰਵਾਜ਼ੇ ਦੇ ਉੱਪਰ, ਹਰੇਕ ਥਾਂ ਦੇ ਉੱਪਰ ਸਿਪਾਹੀ ਖਲੋਤੇ ਹੋਏ, ਤਲਾਸ਼ੀ ਲੈਣ ਵਾਲੇ, ਪੁੱਛਣ ਵਾਲੇ, ਸਾਰੀ ਗੱਲਬਾਤ ਕਰਨ ਵਾਲੇ, ਬੜੀ ਹੁਸ਼ਿਆਰੀ ਦੇ ਨਾਲ ਇਹਦੇ ਬੰਦੇ ਔਰੰਗਜ਼ੇਬ ਦੇ ਸਿਪਾਹੀ ਤੇ ਵਜ਼ੀਰ ਥਾਵਾਂ ਥਾਵਾਂ ਤੇ ਨਾਕਾਬੰਦੀ ਕਰਕੇ ਖਲੋਤੇ ਹੋਏ ਹਨ। ਔਰ ਮਨੋਹਰ ਪਹਨ ਕੇਰਾ। ਕਹਿਣ ਲੱਗੇ ਵੀ ਜਿਹੜੇ ਦਰਵਾਜ਼ੇ ਨੇ ਨਾ ਕਿਲੇ ਦੇ, ਜਿਹੜੀ ਕਚਹਿਰੀ ਜਿੱਥੇ ਲੱਗੀ ਹੈ, ਹੁਣ ਹਿੰਦੁਸਤਾਨ ਦਾ ਬਾਦਸ਼ਾਹ ਬੈਠਾ, ਉਹਦਾ ਸ਼ਿੰਗਾਰ ਕਿਹੋ ਜਿਹਾ ਹੋਵੇਗਾ ਉਸ ਕਮਰੇ ਦਾ ਜਾਂ ਉਹਨਾਂ ਦਰਵਾਜ਼ਿਆਂ ਦਾ। ਕਹਿਣ ਲੱਗੇ ਬੜੇ ਬੜੇ ਸੋਹਣੇ ਦਰਵਾਜ਼ੇ ਜਿਹੜੇ ਨੇ, ਦਰਵਾਜ਼ਿਆਂ ਦੀਆਂ ਦਹਲੀਜ਼ਾਂ ਜਿਹੜੀਆਂ ਨੇ ਪੱਥਰ ਦੀਆਂ ਬਣੀਆਂ ਹੋਈਆਂ, ਉਹਨਾਂ ਦੇ ਉੱਪਰ ਬੜੀ ਬੜੀ ਸੋਹਣੀ ਮੀਨਾਕਾਰੀ ਕੀਤੀ ਗਈ, ਬੜੀ ਬੜੀ ਸੋਹਣੀ ਕਢਾਈ ਕੀਤੀ ਗਈ। ਇਹੋ ਜਿਹੀਆਂ ਦਹਲੀਜ਼ਾਂ, ਚੁਗਾਠਾਂ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ, ਸੋਹਣੇ ਸੋਹਣੇ ਪੱਥਰ ਦੇ, ਹਾਥੀ ਦੰਦ ਦੇ ਬਣੇ ਹੋਏ ਸੋਹਣੇ ਦਰਵਾਜ਼ੇ, ਜਿਨ੍ਹਾਂ ਵਿੱਚ ਬੜੀ ਸੋਹਣੀ ਕਢਾਈ ਕੀਤੀ ਗਈ ਹੈ, ਉਹ ਸੁੰਦਰ ਲੱਗੇ ਹੋਏ ਹਨ। ਸ਼ਿਲਪਨ ਚਿੱਤਰ ਵਿਸਾਲ ਉਕੇਰਾ। ਜਿਹੜੇ ਚਿੱਤਰਕਾਰ ਨੇ ਉਹਨਾਂ ਨੇ ਬੜੀ ਸੋਹਣੀ ਕਢਾਈ ਕੀਤੀ ਹੈ, ਬੜੀਆਂ ਸੋਹਣੀਆਂ ਵੇਲਾਂ ਜਿਹੜੀਆਂ ਨੇ ਨਾ ਫੁੱਲ ਬੂਟਿਆਂ ਵਾਲੀਆਂ, ਟੇਢੀਆਂ ਤੇ ਸਿੱਧੀਆਂ, ਕਈ ਤਰ੍ਹਾਂ ਦੀਆਂ ਰੰਗਾਂ ਰੰਗਾਂ ਦੀਆਂ ਦਰਵਾਜ਼ਿਆਂ ਦੇ ਉੱਪਰ ਚਿਤਰੀਆਂ ਹੋਈਆਂ ਹਨ। ਬਹੁਤ ਦੇਸ਼ ਕੇ ਜੈ ਨਰ ਖਰੇ। ਤੇ ਇਸ ਕਚਹਿਰੀ ਦੇ ਵਿੱਚ ਕੱਲਾ ਔਰੰਗਜ਼ੇਬ ਨਹੀਂ, ਜਾਂ ਕੱਲੇ ਔਰੰਗਜ਼ੇਬ ਦੇ ਵਜ਼ੀਰ ਨਹੀਂ, ਬੜੇ ਬੜੇ ਦੇਸ਼ਾਂ ਦੇ ਵਜ਼ੀਰ ਇੱਥੇ ਆਏ ਹੋਏ ਔਰੰਗਜ਼ੇਬ ਦੇ ਕੋਲ। ਕਈ ਦੇਸ਼ਾਂ ਦੇ ਮਿਨਿਸਟਰ ਜਿਹੜੇ ਮੰਤਰੀ ਨੇ ਉਹ ਆ ਕੇ ਕਚਹਿਰੀ ਵਿੱਚ ਬੈਠੇ ਨੇ, ਵਜ਼ੀਰ ਬੈਠੇ ਹੋਏ, ਕਈ ਦੇਸ਼ਾਂ ਦੇ ਰਾਜੇ ਬੈਠੇ ਹੋਏ। ਇਸ ਤਰ੍ਹਾਂ ਦੀ ਵੱਡੀ ਕਚਹਿਰੀ ਜਿਹੜੀ ਹੈ ਔਰੰਗਜ਼ੇਬ ਦੀ ਲੱਗੀ ਹੋਈ ਹੈ। ਨਿਜ ਨਿਜ ਗਰਜ ਅਰਜ ਕੋ ਕਰੇ। ਤੇ ਇਹ ਸਾਰੇ ਕਾਹਦੇ ਵਾਸਤੇ ਆਏ? ਇਹ ਆਪੋ ਆਪਣੀ ਫਰਿਆਦ ਲੈ ਕੇ। ਕੋਈ ਆਖਦਾ ਮੇਰੇ ਦੇਸ਼ ਵਿੱਚ ਇਸ ਚੀਜ਼ ਦੀ ਘਾਟ ਪੈ ਗਈ ਹੈ ਜੀ, ਮਦਦ ਲੈਣ ਵਾਸਤੇ ਆਏ, ਸਾਨੂੰ ਦਿਓ। ਕੋਈ ਫੌਜਾਂ ਦੀ ਮੰਗ ਕਰਦਾ, ਕੋਈ ਕੋਈ ਅੰਨ ਦੀ ਮੰਗ ਕਰਦਾ ਪਿਆ, ਕੋਈ ਪਾਣੀ ਦੀ ਮੰਗ ਕਰਦਾ, ਸਾਨੂੰ ਕਿਸੇ ਦਰਿਆ ਦਾ ਪਾਣੀ ਦੇ ਦਿਓ, ਸਾਡੇ ਦੇਸ਼ ਵਿੱਚ ਸੁੱਕਾ ਪੈ ਗਿਆ। ਇਹ ਆਪੋ ਆਪਣੀ ਫਰਿਆਦ ਲੈ ਕੇ ਆਏ ਬਾਦਸ਼ਾਹ ਦੇ ਕੋਲ ਵੀ ਇਹ ਸਾਡਾ ਵੱਡਾ ਰਾਜਾ ਹੈ, ਇਹਦੇ ਕੋਲੋਂ ਕੁਝ ਨਾ ਕੁਝ ਮੰਗੀਏ। ਸਾਰੇ ਆਪੋ ਆਪਣੀ ਫਰਿਆਦ ਕਰਦੇ ਹਨ। ਤਹਿ ਤੇ ਉਲੰਘਤ ਅੰਤਰ ਗਏ। ਸਤਿਗੁਰੂ ਪਾਤਸ਼ਾਹ ਮਹਾਰਾਜ ਹੀ ਅੱਗੇ ਅੱਗੇ ਤੁਰੇ ਜਾਂਦੇ, ਕਿਉਂਕਿ ਵੱਖੋ ਵੱਖਰੇ ਕਮਰੇ ਬਣੇ ਨਾ। ਮਾਲ ਮਹਿਕਮਾ ਜਿਵੇਂ ਵੀ ਇੱਥੋਂ ਤੁਹਾਨੂੰ ਆਹ ਮਿਲੇਗਾ, ਇੱਥੋਂ ਆਹ ਮਿਲੇਗਾ। ਜਿੱਥੇ ਜਿੱਥੇ ਕਿਸੇ ਦੀਆਂ ਸਿਫਾਰਸ਼ਾਂ ਚੱਲਣੀਆਂ, ਦਰਖਾਸਤਾਂ ਲਈਆਂ ਜਾਣੀਆਂ, ਅਰਜ਼ੀਆਂ ਲਈਆਂ ਜਾਣੀਆਂ, ਵੱਖ-ਵੱਖ ਕਮਰਿਆਂ ਦੇ ਵਿੱਚ ਔਰੰਗਜ਼ੇਬ ਦੇ ਬੰਦੇ ਬੈਠੇ, ਉਹ ਆਪੋ ਆਪਣੇ ਥਾਂ ਤੇ ਸੁਣਵਾਈ ਕਰਦੇ ਪਏ। ਪਰ ਸਤਿਗੁਰਾਂ ਨੇ ਅੱਗੇ ਜਾਣਾ ਹੈ। ਮਹਾਰਾਜ ਇਹਨਾਂ ਸਾਰਿਆਂ ਦਰਵਾਜ਼ਿਆਂ ਦੇ ਵਿੱਚੋਂ ਲੰਘਦੇ ਹੋਏ
ਅੱਗੇ ਨੂੰ ਤੁਰੇ ਜਾਂਦੇ ਹਨ। ਜਹਾਂ ਕਚਹਿਰੀ ਦੁਸ਼ਟਨ ਕੀਏ। ਤੇ ਚਲਦਿਆਂ ਚਲਦਿਆਂ ਕਿੱਥੇ ਪਹੁੰਚ ਗਏ? ਕਹਿਣ ਲੱਗੇ ਜਿੱਥੇ ਦੁਸ਼ਟਾਂ ਦੀ ਕਚਹਿਰੀ ਲੱਗੀ ਹੈ। ਦੁਸ਼ਟ ਕਿਹਾ ਜਾਂਦਾ ਪਾਪੀ ਨੂੰ, ਜਿੱਥੇ ਪਾਪੀਆਂ ਦੀ ਕਚਹਿਰੀ ਲੱਗੀ ਹੈ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ, ਜਿਨ੍ਹਾਂ ਦਾ ਕੋਈ ਜੁਰਮ ਨਹੀਂ ਹੈ, ਜਿਨ੍ਹਾਂ ਨੇ ਕੋਈ ਗੁਨਾਹ ਨਹੀਂ ਕੀਤਾ, ਫਿਰ ਵੀ ਗੁਨਾਹਗਾਰ ਦੇ ਵਾਂਗ, ਕਿਸੇ ਅਪਰਾਧੀ ਦੇ ਵਾਂਗ ਮਹਾਰਾਜ ਨੂੰ ਗ੍ਰਿਫਤਾਰ ਕੀਤਾ। ਕਿਸੇ ਅਪਰਾਧੀ ਦੇ ਵਾਂਗ ਗ੍ਰਿਫਤਾਰ ਕਰਕੇ ਉਸ ਜਗ੍ਹਾ ਦੇ ਉੱਪਰ ਲੈ ਕੇ ਗਏ ਜਿੱਥੇ ਦੁਸ਼ਟ ਔਰੰਗਜ਼ੇਬ ਆਪਣੇ ਵਜ਼ੀਰਾਂ ਅਮੀਰਾਂ ਦੇ ਨਾਲ ਬੈਠਾ ਹੋਇਆ ਹੈ। ਸੰਗ ਸਿੱਖ ਅਰ ਚੌਕੀਦਾਰ। ਸਤਿਗੁਰਾਂ ਦੇ ਨਾਲ 5 ਸਿੱਖ ਨਾਲ ਹੀ ਨੇ ਸੇਵਾ ਦੇ ਵਿੱਚ। ਸਿੱਖਾਂ ਨੇ ਸੇਵਾ ਨਹੀਂ ਛੱਡੀ ਹੈ, ਭਾਵੇਂ ਇਸ ਵੇਲੇ ਗ੍ਰਿਫਤਾਰੀ ਹੋ ਚੁੱਕੀ ਹੈ। 5 ਸਿੱਖ ਨਾਲ ਔਰ ਕੁਝ ਚੌਕੀਦਾਰ, ਨਕੀਬ ਜਿਹੜੇ ਅੱਗੇ ਅੱਗੇ ਬੋਲਣ ਵਾਲੇ, ਅਤੇ ਕੁਝ ਨਾਲ ਸਿਪਾਹੀ ਮਹਾਰਾਜ ਦੇ ਜਾਂਦੇ ਹਨ। ਦੇਖਤ ਵੱਡੇ ਵੱਡੇ ਸਰਦਾਰ। ਇੱਥੇ ਕਚਹਿਰੀ ਦੇ ਵਿੱਚ ਵੱਡੇ ਵੱਡੇ ਸਰਦਾਰ ਬੈਠੇ ਹੋਏ, ਇਲਾਕਿਆਂ ਦੇ ਮਾਲਕ, ਰਿਆਸਤਾਂ ਦੇ ਮਾਲਕ, ਛੋਟੇ ਮੋਟੇ ਰਜਵਾੜੇ, ਵੱਡੇ ਰਾਜੇ, ਵੱਡੇ ਵਜ਼ੀਰ ਇਸ ਕਚਹਿਰੀ ਦੇ ਵਿੱਚ, ਔਰੰਗਜ਼ੇਬ ਦੀ ਕਚਹਿਰੀ ਵਿੱਚ ਬੈਠੇ ਹਨ। ਹਿੰਦੂ ਤੁਰਕ ਅਨੇਕ ਨਿਹਾਰ। ਤੇ ਇਕੱਲੇ ਮੁਸਲਮਾਨ ਹੀ ਨਹੀਂ ਬੈਠੇ ਹੋਏ ਗੁਰਮੁਖੋ, ਇੱਥੇ ਹਿੰਦੂ ਵੀ ਬੈਠੇ ਹੋਏ ਚੰਗੇ ਉੱਚ ਅਹੁਦਿਆਂ ਦੇ। ਪਰ ਇਹ ਹਿੰਦੂ ਅਹੁਦਿਆਂ ਤੇ ਬੈਠੇ ਜ਼ਰੂਰ ਨੇ, ਪਰ ਕਿਸੇ ਦੀ ਹਿੰਮਤ ਨਹੀਂ ਹੈ ਵੀ ਕੋਈ ਇਹ ਗੱਲ ਕਹਿ ਸਕੇ ਵੀ ਬਾਦਸ਼ਾਹ ਸਾਡਾ ਧਰਮ ਕਿਉਂ ਤੂੰ ਭ੍ਰਿਸ਼ਟ ਕਰਦਾ, ਕਿਉਂ ਤੂੰ ਸਾਡੇ ਧਰਮ ਨੂੰ ਬਰਬਾਦ ਕਰਦਾ ਪਿਆ। ਨੌਕਰੀ ਦਾ ਲਾਲਚ ਹੈ, ਰਾਜ ਦਾ ਇੰਨਾ ਲੋਭ ਹੈ, ਇਹਨਾਂ ਹਿੰਦੂਆਂ ਦਾ ਹੀ ਰਾਜ ਖਤਮ ਹੁੰਦਾ ਪਿਆ, ਜਨਮ ਧਰਮ ਖਤਮ ਹੁੰਦਾ ਪਿਆ, ਪਰ ਫਿਰ ਵੀ ਇੰਨੀ ਹਿੰਮਤ ਨਹੀਂ ਹੈ ਵੀ ਇਹ ਕਹਿ ਸਕਣ ਵੀ ਸਾਡਾ ਧਰਮ ਖਤਮ ਹੁੰਦਾ, ਅਸੀਂ ਨਹੀਂ ਹੋਣ ਦੇਵਾਂਗੇ। ਇਹ ਜਿਹੜੇ ਪਹਾੜੀ ਰਾਜੇ ਸਨ 22, ਜਿਹੜੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਵੈਰ ਕਰਦੇ ਰਹੇ, ਜੰਗ ਕਰਦੇ ਰਹੇ, ਇਹ 22 ਪਹਾੜੀਏ ਰਾਜੇ ਉਦੋਂ ਵੀ ਸਨ ਜਦੋਂ ਔਰੰਗਜ਼ੇਬ ਧਰਮ ਬਦਲਦਾ ਪਿਆ, ਔਰ ਹੈਨ ਵੀ ਸਾਰੇ ਦੇ ਸਾਰੇ ਹਿੰਦੂ। ਪਰ ਕਿਸੇ ਵੀ ਪਹਾੜੀ ਰਾਜੇ ਨੇ ਜਾ ਕੇ ਇਹ ਨਹੀਂ ਆਖਿਆ ਵੀ ਸਾਡਾ ਧਰਮ ਕਿਉਂ ਮਾਰਦੇ ਪਏ ਹੋ, ਕਿਉਂ ਸਾਡੇ ਧਰਮ ਨੂੰ ਬਰਬਾਦ ਕਰਦੇ ਪਏ। ਔਰੰਗਜ਼ੇਬ ਦੀ ਕਚਹਿਰੀ ਵਿੱਚ ਬੜੇ ਬੜੇ ਉੱਚ ਅਹੁਦਿਆਂ ਤੇ ਬੈਠੇ ਹਿੰਦੂ ਜੈਂਟਲਮੈਨ ਜਿਹੜੇ ਨੇ, ਪਰ ਕਿਸੇ ਨੇ ਵੀ ਇਹ ਨਹੀਂ ਆਖਿਆ ਵੀ ਸਾਡੇ ਧਰਮ ਨੂੰ ਕਿਉਂ ਮੁਕਾਉਂਦੇ ਪਏ ਹੋ। ਆਪਣਾ ਧਰਮ ਮੁੱਕਦਾ ਪਿਆ, ਪਰ ਫਿਰ ਵੀ ਹਾਂ ਦਾ ਨਾਰਾ ਨਹੀਂ ਇਹਨਾਂ ਕੋਲੋਂ ਮਾਰਿਆ ਗਿਆ। ਅੱਜ ਭਾਵੇਂ ਰਾਜ ਦੀਆਂ ਗੱਲਾਂ, ਵੱਡੀਆਂ ਵੱਡੀਆਂ ਗੱਲਾਂ ਅੱਜ ਹੁੰਦੀਆਂ ਨਾ, ਅੱਜ ਸਭ ਕੁਝ ਮਿਲਿਆ ਬਣਾਇਆ, ਬਣਿਆ ਬਣਾਇਆ ਮਿਲ ਗਿਆ। ਅੱਜ ਬੜੇ ਕਾਨੂੰਨ ਬਣਾਉਣੇ ਆਉਂਦੇ, ਬੜੀਆਂ ਗੱਲਾਂ ਬਣਾਉਣੀਆਂ ਆਉਂਦੀਆਂ, ਪਰ ਜਦੋਂ ਔਰੰਗਜ਼ੇਬ ਦਾ ਰਾਜ ਸੀ ਆਪਣੀ ਜੁੱਤੀ ਵਿੱਚ ਪਾਣੀ ਪਿਲਾਉਂਦਾ, ਉਦੋਂ ਨਹੀਂ ਬੋਲਿਆ ਗਿਆ ਕਿਸੇ ਤੋਂ ਵੀ ਅਸੀਂ ਇਹ ਨਹੀਂ ਕਰਾਂਗੇ। ਰਾਜ ਦਾ ਇੰਨਾ ਲੋਭ ਹੈ, ਇੰਨੀ ਜ਼ਮੀਰ ਮਰ ਚੁੱਕੀ ਹੈ ਵੀ ਉੱਥੇ ਦਰਬਾਰ ਵਿੱਚ ਬੈਠਿਆਂ ਵੀ ਹਾਂ ਦਾ ਨਾਰਾ ਨਹੀਂ ਮਾਰ ਸਕੇ। ਨੌਕਰੀਆਂ ਚਲੇ ਜਾਣਗੀਆਂ, ਜੇਲ੍ਹਾਂ ਹੋ ਜਾਣਗੀਆਂ, ਕੌਣ ਇਸ ਤਰ੍ਹਾਂ ਦੀ ਜੇਲ੍ਹ ਕੱਟੇ, ਕਿਹੜਾ ਇੰਨਾ ਦੁੱਖ ਸਵੇ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜਦੋਂ ਔਰੰਗਜ਼ੇਬ ਦੀ ਕਚਹਿਰੀ ਵਿੱਚ ਗੁਰਮੁਖੋ ਪਹੁੰਚੇ, ਇੱਥੇ ਇਕੱਲੇ ਮੁਸਲਮਾਨ ਨਹੀਂ, ਹਿੰਦੂ ਤਬਕੇ ਦੇ ਲੋਕ ਵੀ ਵੱਡੇ ਵੱਡੇ ਅਹੁਦਿਆਂ ਤੇ ਬੈਠੇ ਹੋਏ ਹਨ। ਅਤ ਅਵਗੁਣ ਕੋ ਕੁਛ ਨਾ ਵਿਚਾਰੇ। ਪਰ ਇਹਨਾਂ ਨੇ ਆਪਣੇ ਅਵਗੁਣ ਨੂੰ ਵਿਚਾਰਿਆ ਕੋਈ ਨਹੀਂ ਵੀ ਅਸੀਂ ਪਾਪ ਕੀ ਕਰਦੇ ਪਏ। ਚਲੋ ਮੁਸਲਮਾਨ ਦਾ ਤੇ ਰਾਜ ਹੈ, ਉਹਨਾਂ ਨੂੰ ਤੇ ਹੰਕਾਰ ਹੋਣਾ ਹੀ ਹੈ, ਪਰ ਹਿੰਦੂ ਜਿਹੜੇ ਉੱਥੇ ਬੈਠੇ ਸਨ ਉਹਨਾਂ ਨੂੰ ਕੋਈ ਤੇ ਅਕਲ ਕਰਨੀ ਚਾਹੀਦੀ ਹੈ ਨਾ ਵੀ ਇਹਨਾਂ ਦਾ ਗੁਨਾਹ ਕੋਈ ਨਹੀਂ ਹੈ, ਅਸੀਂ ਇਹਨਾਂ ਨੂੰ ਕੈਦੀਆਂ ਦੇ ਵਾਂਗ ਗ੍ਰਿਫਤਾਰ ਕਰਕੇ ਲਿਆਏ ਆ, ਇਹਨਾਂ ਦਾ ਕੋਈ ਅਸੀਂ ਸਤਿਕਾਰ ਨਹੀਂ ਕੀਤਾ, ਕੋਈ ਮਾਣ ਨਹੀਂ ਕੀਤਾ। ਇਹੋ ਜੀ ਅਕਲ ਕਿਸੇ ਨੂੰ ਵੀ ਨਹੀਂ ਹੈ, ਸਾਰਿਆਂ ਦਾ ਜ਼ਮੀਰ ਮਰ ਚੁੱਕਿਆ। ਬੰਦੇ ਦੇ ਮਰ ਜਾਣ ਨਾਲੋਂ ਜ਼ਮੀਰ ਮਰ ਜਾਣੀ ਜ਼ਿਆਦਾ ਮਾੜਾ। ਜਿਹਦੀ ਜ਼ਮੀਰ ਮਰ ਗਈ ਨਾ, ਉਹ ਸਮਝ ਲਓ ਵੀ ਕਈ ਵਾਰ ਹੀ ਮੌਤ ਮਰ ਗਿਆ ਹੈ, ਇੱਕ ਵਾਰੀ ਨਹੀਂ ਮਰਿਆ। ਜ਼ਮੀਰ ਦਾ ਮਰ ਜਾਣਾ ਸਭ ਤੋਂ ਵੱਡਾ ਪਾਪ ਹੈ, ਪਰ ਇਹਨਾਂ ਦੀ ਜ਼ਮੀਰ ਮਰ ਚੁੱਕੀ ਹੈ, ਕੋਈ ਬੋਲਣ ਦੀ ਹਿੰਮਤ ਨਹੀਂ ਕਰਦਾ ਹੈ। ਸ਼੍ਰੀ ਗੁਰਜਬਹਿ ਕਚਹਿਰੀ ਬਰੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਚਹਿਰੀ ਦੇ ਅੰਦਰ ਚਲੇ ਗਏ ਜਿੱਥੇ ਔਰੰਗਜ਼ੇਬ ਬੈਠਾ ਹੋਇਆ ਹੈ। ਉਸ ਕਚਹਿਰੀ ਜਿਹੜਾ ਵੱਡਾ ਹਾਲ ਹੈ ਨਾ, ਵਜ਼ੀਰਾਂ ਦਾ ਭਰਿਆ ਹੋਇਆ, ਰਾਜਿਆਂ ਦਾ, ਉਸ ਹਾਲ ਦੇ ਵਿੱਚ ਮਹਾਰਾਜ ਪਹੁੰਚੇ ਹਨ। ਚੌਕੀ ਤਹਾਂ ਵਿਸ਼ਾਵਨ ਕਰੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੂੰ ਆਇਆ ਵੇਖ ਕੇ ਔਰੰਗਜ਼ੇਬ ਦੇ ਵਜ਼ੀਰਾਂ ਨੇ ਇੱਕ ਬੜੀ ਸੋਹਣੀ ਚੌਂਕੀ ਹੈ ਨਾ, ਉਹ ਢਾਈ, ਉਹਦੇ ਉੱਪਰ ਬੜਾ ਸੋਹਣਾ ਇੱਕ ਕੱਪੜਾ ਵਿਛਾਇਆ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਇੱਥੇ ਆ ਕੇ ਬੈਠਣਗੇ ਮਹਾਰਾਜ ਦੇ ਬੈਠਣ ਵਾਸਤੇ। ਬੜੀ ਸੋਹਣੀ ਚੌਂਕੀ ਜਿਹੜੀ ਹੈ ਔਰੰਗਜ਼ੇਬ ਦੇ ਦਰਬਾਰ ਵਿੱਚ ਢਾਈ ਗਈ ਹੈ। ਕਾਰਨ ਇਹ ਹੈ ਵੀ ਹਾਲੇ ਮਹਾਰਾਜ ਨੇ ਇਹ ਨਹੀਂ ਨਾ ਆਖਿਆ ਵੀ ਮੈਂ ਮੁਸਲਮਾਨ ਨਹੀਂ ਬਣਨਾ, ਹਾਲੇ ਉਹਨਾਂ ਨੂੰ ਉਮੀਦ ਹੈ ਵੀ ਸ਼ਾਇਦ ਬਾਣੀ ਜਾਣ, ਸਾਡੇ ਧਰਮ ਵਿੱਚ ਆ ਜਾਣਗੇ, ਅਜੇ ਤੇ ਗੱਲਬਾਤ ਸ਼ੁਰੂ ਹੋਣੀ ਹੈ। ਇਸ ਕਰਕੇ ਮਹਾਰਾਜ ਦੇ ਬੈਠਣ ਵਾਸਤੇ ਸੁੰਦਰ ਚੌਂਕੀ ਇਹਨਾਂ ਨੇ ਰੱਖੀ ਹੈ। ਸੁਜਨ ਅੱਡ ਸਾਵਨ ਉਜਲ ਜਹਾਂ। ਤੇ ਕਹਿਣ ਲੱਗੇ ਵੀ ਸੂਈ ਦੇ ਨਾਲ ਕੱਢਿਆ ਹੋਇਆ, ਨਗੰਦਿਆ ਹੋਇਆ ਬੜਾ ਸੋਹਣਾ ਇੱਕ ਕੱਪੜਾ, ਮੰਨ ਲਓ ਜਿਵੇਂ ਫੁਲਕਾਰੀਆਂ ਕੱਢੀਆਂ ਜਾਂਦੀਆਂ, ਦੁਪੱਟੇ ਕੱਢੇ ਜਾਂਦੇ, ਸੂਈ ਦੇ ਨਾਲ ਕੱਢੇ ਜਾਣ ਵਾਲੇ ਕੱਪੜੇ, ਉਹਨਾਂ ਦੇ ਨਾਲ ਚੌਂਕੀ ਨੂੰ ਢੱਕ ਦਿੱਤਾ। ਬੜੀਆਂ ਸੋਹਣੀਆਂ ਚਾਦਰਾਂ
ਜਿਨ੍ਹਾਂ ਦੇ ਉੱਪਰ ਬੜੀ ਸੋਹਣੀ ਕਢਾਈ ਕੀਤੀ ਹੋਈ ਸੂਈ ਦੇ ਨਾਲ, ਇਹੋ ਜਿਹੀਆਂ ਚਾਦਰਾਂ ਉਸ ਚੌਂਕੀ ਦੇ ਉੱਪਰ ਵਿਛਾਈਆਂ ਜਿਹੜੀ ਮਹਾਰਾਜ ਵਾਸਤੇ ਰੱਖੀ ਗਈ ਹੈ। ਬੈਠੇ ਸ੍ਰੀ ਸਤਿਗੁਰੂ ਜੀ ਤਾਂ ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੂੰ ਉਸ ਵੇਲੇ ਬੇਨਤੀ ਕੀਤੀ ਉਹਨਾਂ ਵਜ਼ੀਰਾਂ ਨੇ, ਮਹਾਰਾਜ ਇਹ ਤੁਹਾਡੇ ਵਾਸਤੇ ਆਸਣ ਲਾਇਆ ਹੈ, ਕਿਰਪਾ ਕਰਕੇ ਆਪ ਜੀ ਇਹਦੇ ਤੇ ਬੈਠੋ। ਸਤਿਗੁਰੂ ਪਾਤਸ਼ਾਹ ਜੀ ਉਸ ਚੌਂਕੀ ਦੇ ਉੱਪਰ ਜਾ ਕੇ ਬੈਠੇ ਹਨ। ਅਖਿਲ ਕਚਹਿਰੀ ਪੂਰਨ ਭਈ, ਬਾਦਸ਼ਾਹ ਔਰੰਗਜ਼ੇਬ ਦੀ ਕਚਹਿਰੀ ਇਸ ਵੇਲੇ ਪੂਰੀ ਭਰੀ ਹੋਈ ਹੈ, ਕੋਈ ਵੀ ਸੀਟ ਕੋਈ ਵੀ ਕੁਰਸੀ ਖਾਲੀ ਨਹੀਂ ਹੈ। ਅੱਜ ਸਾਰੇ ਵਜ਼ੀਰਾਂ ਦੀ ਹਾਜ਼ਰੀ ਪੂਰੀ ਹੈ। ਸਾਰੇ ਵਜ਼ੀਰ, ਰਾਜੇ, ਰਜਵਾੜੇ ਜੋ ਵੀ ਨੇ, ਦੇਸ਼ ਵਿਦੇਸ਼ ਦੇ ਜਿੰਨੇ ਮੰਤਰੀ ਨੇ, ਸਾਰੇ ਆਪੋ ਆਪਣੀ ਜਗ੍ਹਾ ਤੇ ਬੈਠੇ ਹੋਏ। ਅੱਜ ਅਹਿਮ ਫੈਸਲੇ ਹੋਣੇ ਨੇ, ਅੱਜ ਬੜੇ ਬੜੇ ਵੱਡੇ ਸਵਾਲ ਤੇ ਜਵਾਬ ਹੋਣੇ। ਬਾਦਸ਼ਾਹ ਦੀ ਕਚਹਿਰੀ ਵਿੱਚ ਵਿਦਵਾਨ ਵੀ ਬੈਠੇ ਹੋਏ, ਕਾਜੀ, ਮੁਲਾਣੇ, ਪੰਡਤ ਵੀ ਬੈਠੇ ਹੋਏ। ਪੂਰੀ ਦੀ ਪੂਰੀ ਅੱਜ ਕਚਹਿਰੀ ਭਰੀ ਹੋਈ ਹੈ। ਸਤਿਗੁਰੂ ਪਾਤਸ਼ਾਹ ਜਦੋਂ ਪਹੁੰਚੇ ਹਨ ਮੁਕਤਾ ਹੀਰਨ ਤੇ ਦੁੱਤ ਨਹੀਂ, ਤੇ ਕਹਿਣ ਲੱਗੇ ਇਹਨਾਂ ਰਾਜਿਆਂ ਦੇ ਗਲਾਂ ਦੇ ਵਿੱਚ ਹੀਰਿਆਂ ਦੀਆਂ ਮਾਲਾ ਪਾਈਆਂ ਹੋਈਆਂ, ਜਿਹੜੇ ਸਿਰ ਤੇ ਇਹਨਾਂ ਵੱਡੇ ਵੱਡੇ ਮੁਕਟ ਪਾਏ ਹੋਏ, ਉਹਨਾਂ ਮੁਕਟਾਂ ਦੇ ਵਿੱਚ ਬੜੇ ਬੜੇ ਸੋਹਣੇ ਹੀਰੇ ਜੜੇ ਹੋਏ। ਮੰਨ ਲਓ ਵੀ ਹੀਰਿਆਂ ਦੀ ਖਾਨ ਵਿੱਚ ਹੀ ਸਤਿਗੁਰੂ ਪਹੁੰਚ ਗਏ ਹੋਣ। ਮੱਥੇ ਦੇ ਮੁਕਟ ਜਿਹੜੇ ਨੇ ਉਹਨਾਂ ਦੇ ਹੀਰੇ ਚਮਕਦੇ ਪਏ ਨੇ, ਗਲਾਂ ਵਿੱਚ ਪਾਈਆਂ ਮਾਲਾ ਸੋਨੇ ਦੀਆਂ, ਮੋਤੀਆਂ ਦੀਆਂ ਚਮਕਦੀਆਂ ਪਈਆਂ। ਇਹੋ ਜੀ ਦੁੱਤ, ਇਹੋ ਜੀ ਸ਼ੋਭਾ ਹੈ ਔਰੰਗਜ਼ੇਬ ਦੀ ਕਚਹਿਰੀ ਦੀ। ਹੁਣ ਕਿਹਦਾ ਜੀ ਕਰਦਾ ਵੀ ਮੈਂ ਸੋਨੇ ਦਾ ਮੁਕਟ ਸਿਰੋਂ ਲਾਵਾਂ, ਹੀਰਾ ਛੱਡ ਦੇਵਾਂ, ਮੈਂ ਮੋਤੀਆਂ ਦੀ ਮਾਲਾ ਛੱਡ ਕੇ ਮੈਂ ਹਾਦਾ ਨਾਰਾ ਮਾਰਾਂ? ਮਾਰ ਕੌਣ ਸਕਦਾ ਹੈ? ਕੋਈ ਜਾਗਦੀ ਜ਼ਮੀਰ ਵਾਲਾ ਮਾਰ ਸਕਦਾ ਹੈ, ਮਰੀ ਜ਼ਮੀਰ ਵਾਲੇ ਤਿਆਗ ਨਹੀਂ ਕਰ ਸਕਦੇ। ਤਿਆਗ ਉਹ ਕਰਦਾ ਜਿਹਦੀ ਜ਼ਮੀਰ ਜਾਗਦੀ ਹੈ। ਬੈਠੇ ਤੇ ਹੋਏ ਨੇ ਬੜੇ ਸੱਜ ਧੱਜ ਕੇ, ਪਰ ਧਰਮ ਜਾਂਦਾ ਪਿਆ, ਇਸ ਗੱਲ ਦੀ ਪ੍ਰਵਾਹ ਨਹੀਂ ਹੈ। ਦੋਹਰਾ ਸ੍ਰੀ ਗੁਰ ਹਰਗੋਬਿੰਦ ਕੇ ਨੰਦਨ ਬੰਧਨ ਜੋਗ, ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀਆਂ ਦੇ ਪੁੱਤਰ ਜਿਹੜੇ ਸਭ ਤੋਂ ਛੋਟੇ ਨੇ, 5 ਭਰਾ 5 ਪੁੱਤਰ ਸਨ ਗੁਰੂ ਹਰਗੋਬਿੰਦ ਪਾਤਸ਼ਾਹ ਜੀਆਂ ਦੇ। 5 ਪੁੱਤਰਾਂ ਦੇ ਵਿੱਚੋਂ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਸਭ ਤੋਂ ਛੋਟੇ। ਭਾਈ ਸੰਤੋਖ ਸਿੰਘ ਜੀ ਕਹਿੰਦੇ ਐਸੇ ਗੁਰੂ ਨੂੰ ਮੱਥਾ ਟੇਕਣਾ ਚਾਹੀਦਾ, ਨਮਸਕਾਰ ਕਰਨੀ ਚਾਹੀਦੀ ਹੈ ਜਿਨ੍ਹਾਂ ਨੇ ਦੂਸਰੇ ਦੇ ਧਰਮ ਵਾਸਤੇ ਕੁਰਬਾਨੀ ਕੀਤੀ ਹੈ। ਸ਼ਾਂਤਮਈ ਬੈਠੇ ਪ੍ਰਭੂ ਦੇਖਤ ਭੇ ਸਭ ਲੋਕ, ਸਤਿਗੁਰੂ ਪਾਤਸ਼ਾਹ ਬੜੀ ਮੌਜ ਦੇ ਨਾਲ ਜਾ ਕੇ ਚੌਂਕੀ ਤੇ ਬੈਠੇ, ਬੜੇ ਸ਼ਾਂਤ ਨੇ। ਮੱਥੇ ਤੇ ਕਿਸੇ ਤਰ੍ਹਾਂ ਦੀ ਕੋਈ ਗੁੱਸੇ ਦਾ ਪਰਛਾਵਾਂ ਨਹੀਂ ਹੈ। ਮੱਥੇ ਤੋਂ ਵੇਖਿਆ, ਮਹਾਰਾਜ ਦੇ ਮੁਖ ਤੋਂ ਵੇਖਿਆ ਨਹੀਂ ਲੱਗਦਾ ਵੀ ਇਹ ਗੁੱਸੇ ਵਿੱਚ ਹੋਣਗੇ, ਵੇਖਿਆ ਇਹ ਨਹੀਂ ਲੱਗਦਾ ਵੀ ਕਿਸੇ ਪਰੇਸ਼ਾਨੀ ਵਿੱਚ ਹੋਣਗੇ, ਵੇਖਿਆ ਇਹ ਨਹੀਂ ਲੱਗਦਾ ਵੀ ਇਹ ਕਿਸੇ ਦੁੱਖ ਵਿੱਚ ਹੋਣਗੇ। ਸਤਿਗੁਰਾਂ ਦਾ ਨੂਰਾਨੀ ਚਿਹਰਾ ਦਗ ਦਗ ਕਰਦਾ, ਚਮਕ ਮਾਰਦਾ, ਪ੍ਰਕਾਸ਼ਮਾਨ ਮਹਾਰਾਜ ਦਾ ਮੁਖ, ਕਿਸੇ ਤਰ੍ਹਾਂ ਦੀ ਚਿੰਤਾ ਨਹੀਂ ਹੈ। ਉਹਨਾਂ ਦੇ ਤੇ ਆਪਣੇ ਬਚਨ ਨੇ, ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਗਿਆਨੀ ਉਹਨੂੰ ਕਿਹਾ ਜਾਂਦਾ ਹੈ ਜਿਹੜਾ ਕਿਸੇ ਨੂੰ ਡਰਾਵੇ ਨਾ, ਗਿਆਨੀ ਉਹਨੂੰ ਕਿਹਾ ਜਾਂਦਾ ਜਿਹੜਾ ਕਿਸੇ ਤੋਂ ਡਰੇ ਵੀ ਨਾ। ਇਹ ਬਚਨ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਲਿਖੇ। ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਕੁਰਬਾਨੀ ਉਹ ਕਰਦਾ ਜਿਨੇ ਸੋਨੇ ਨੂੰ ਮਿੱਟੀ ਜਾਣ ਲਿਆ ਹੈ, ਤੇ ਜਿਨੇ ਸੋਨੇ ਨਾਲ ਮੋਹ ਪਾ ਲਿਆ ਵੀ ਇਹ ਸੋਨੇ ਦਾ ਮੁਕਟ ਨਾ ਚਲਾ ਜਾਵੇ, ਹੀਰਿਆਂ ਦੀ ਮਾਲਾ ਨਾ ਗਲੋਂ ਲੈ ਜਾਵੇ, ਉਹਨੇ ਕੀ ਕਿਸੇ ਦਾ ਵਿਸਵਾਰ ਲੈਣਾ। ਪਰ ਸਤਿਗੁਰੂ ਪਾਤਸ਼ਾਹ ਸੋਨੇ ਨੂੰ ਮਿੱਟੀ ਸਮਝਦੇ ਨੇ, ਮੋਹ ਨਹੀਂ ਕਰਦੇ। ਕਿਸੇ ਤਰ੍ਹਾਂ ਦਾ ਚਿਹਰੇ ਦੇ ਉੱਪਰ ਕੋਈ ਡਰ ਨਹੀਂ, ਕੋਈ ਖੌਫ ਨਹੀਂ, ਕੋਈ ਲੋਭ ਨਹੀਂ ਹੈ, ਕੋਈ ਚਿੰਤਾ ਜਾਂ ਫਿਕਰ ਨਹੀਂ। ਖਿੜਿਆ ਹੋਇਆ ਮਹਾਰਾਜ ਦਾ ਮੁਖ। ਸਤਿਗੁਰੂ ਬੜੀ ਮੌਜ ਦੇ ਨਾਲ ਇਹਨਾਂ ਦੁਸ਼ਟਾਂ ਦੀ ਸਭਾ ਵਿੱਚ ਜਾ ਕੇ ਆਰਾਮ ਨਾਲ ਬੈਠ ਗਏ ਹਨ। ਚੌਪਈ ਤੁਰਕੇਸ਼ਰ ਹੰਕਾਰ ਵਿਸਾਲਾ, ਜਿਹੜਾ ਔਰੰਗਜ਼ੇਬ ਹੈ ਨਾ, ਇਹਦੇ ਮਨ ਵਿੱਚ ਬੜਾ ਹੰਕਾਰ ਹੈ, ਬੜਾ ਹੰਕਾਰ ਭਰਿਆ ਹੋਇਆ ਵੀ ਮੇਰਾ ਰਾਜ ਹੈ। ਵੇਖੋ ਮੈਂ ਗੁਰੂ ਨੂੰ ਗ੍ਰਿਫਤਾਰ ਕਰਕੇ ਲੈ ਆਂਦਾ। ਹੰਕਾਰੀ ਰਾਜਾ, ਹੰਕਾਰ ਦਾ ਭਰਿਆ ਹੋਇਆ ਆਪਣੇ ਤਖਤ ਤੇ ਬੈਠਾ ਹੈ। ਦੁਸ਼ਟ ਨਰੰਗਾ ਮਹਿਤ ਕੁਚਾਲਾ, ਕਹਿਣ ਲੱਗਾ ਵੀ ਔਰੰਗਜ਼ੇਬ ਬਹੁਤ ਜ਼ਿਆਦਾ ਦੁਸ਼ਟ ਹੈ। ਪਾਪੀਆਂ ਦੀ ਗਿਣਤੀ ਕਰਾਂਗੇ ਤੇ ਔਰੰਗਜ਼ੇਬ ਪਹਿਲੇ ਨੰਬਰ ਤੇ ਹੀ ਆਵੇਗਾ, ਐਡਾ ਵੱਡਾ ਪਾਪੀ ਹੈ। ਕਹਿਣ ਲੱਗੇ ਮਹਿਦ ਕੁਚਾਲਾ, ਵੱਡੇ ਵੱਡੇ ਕੰਮ ਕੀਤੇ ਪਰ ਮਾੜੇ ਕੀਤੇ ਸਾਰੇ। ਜਿਹੜੇ ਰਸਤੇ ਤੇ ਚੱਲਣ ਤੋਂ ਲੋਕ ਡਰਦੇ ਨਾ ਵੀ ਆਹ ਰਸਤਾ ਬਦਨਾਮੀ ਵਾਲਾ, ਕਾਲਖ ਲੱਗੇਗੀ, ਦਾਗ ਲੱਗੇਗਾ, ਇਹ ਉਹਨਾਂ ਰਸਤਿਆਂ ਨੂੰ ਲੱਭ ਲੱਭ ਕੇ ਉਹਨਾਂ ਤੇ ਚੱਲਦਾ ਹੈ। ਇਹੋ ਜੀ ਕੁਚਾਲ, ਖੋਟੀ ਚਾਲ ਚੱਲਣ ਵਾਲਾ, ਮਾੜੇ ਕਰਮ ਕਰਨ ਵਾਲਾ, ਪਾਪ ਕਰਨ ਵਾਲਾ ਔਰੰਗਜ਼ੇਬ ਬੜਾ ਹੰਕਾਰੀ ਆਪਣੇ ਤਖਤ ਤੇ ਬੈਠਾ ਹੈ। ਦੀਨ ਵਧਾਵਨ ਚਾਹਤ ਮੰਦ, ਇਹ ਮੰਦੀ ਮੱਤ ਵਾਲਾ ਆਪਣਾ ਧਰਮ ਵਧਾਉਣਾ ਚਾਹੁੰਦਾ। ਧਰਮ ਵਧਾਉਣਾ ਤੇ ਸਾਰਿਆਂ ਨੂੰ ਮੁਬਾਰਕ ਹੋਵੇ, ਪਰ ਧਰਮ ਪ੍ਰੇਮ ਦੇ ਨਾਲ ਵਧਾਇਆ ਜਾਂਦਾ, ਨਫ਼ਰਤ ਦੇ ਨਾਲ ਨਹੀਂ।
ਨਫ਼ਰਤ ਦੇ ਨਾਲ ਧਰਮ ਨਹੀਂ ਕਦੇ ਵਧੇ, ਪ੍ਰੇਮ ਦੇ ਨਾਲ ਵਧਦੇ। ਜੇ ਪਰਮੇਸ਼ਰ ਨੇ ਧਰਮ ਇੱਕ ਹੀ ਬਣਾਉਣਾ ਹੋਵੇ ਤੇ ਉਹ ਫਿਰ ਇੱਕ ਧਰਮ ਦੇ ਵਿੱਚ ਹੀ ਬੱਚਿਆਂ ਨੂੰ ਪੈਦਾ ਕਰੇ, ਦੂਜੇ ਧਰਮ ਦੇ ਵਿੱਚ ਬੱਚਿਆਂ ਨੂੰ ਜਨਮ ਹੀ ਨਾ ਦੇਵੇ, ਧਰਮ ਆਪੇ ਖਤਮ ਹੋ ਜਾਣਗੇ। ਪਰ ਪਰਮਾਤਮਾ ਰੰਗਾਂ ਰੰਗਾਂ ਦੀ ਦੁਨੀਆ ਬਣਾਈ ਬੈਠਾ। ਬਾਣੀ ਦਾ ਬਚਨ ਪੜ੍ਹਦੇ ਹਾਂ, ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ, ਜਿਨੇ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ। ਉਹਨੇ ਰੰਗਾਂ ਰੰਗਾਂ ਦੀਆਂ ਨਸਲਾਂ ਪੈਦਾ ਕੀਤੀਆਂ, ਜਿਨਸਾਂ, ਵੱਖ ਵੱਖ ਰੂਪ ਰੰਗ ਬੋਲ ਚਾਲ ਰਹਿਣਾ ਸਹਿਣਾ। ਉਹ ਅਨੇਕ ਤਰ੍ਹਾਂ ਦੀ ਫੁਲਵਾੜੀ ਵੇਖ ਕੇ ਪ੍ਰਮਾਤਮਾ ਖੁਸ਼ ਹੁੰਦਾ ਹੈ। ਪਰ ਜੇ ਪ੍ਰਮਾਤਮਾ ਨੇ ਧਰਮ ਹੀ ਇੱਕ ਬਣਾਉਣਾ ਹੋਵੇ ਦੂਜੇ ਧਰਮਾਂ ਵਿੱਚ ਉਹ ਕਿਉਂ ਕਿਸੇ ਨੂੰ ਪੈਦਾ ਕਰੇ। ਪਰ ਔਰੰਗਜ਼ੇਬ ਮੰਦੀ ਮੱਤ ਵਾਲਾ ਇਸ ਗੱਲ ਨੂੰ ਭੁੱਲ ਗਿਆ ਵੀ ਮੈਂ ਖੁਦਾ ਦੇ ਦੱਸੇ ਰਾਹ ਤੋਂ ਪਾਸੇ ਜਾਂਦਾ ਪਿਆ। ਇਹ ਚਾਹੁੰਦਾ ਦੁਨੀਆ ਤੋਂ ਸਾਰੇ ਧਰਮ ਖਤਮ ਕਰ ਦਿਆਂ, ਕੇਵਲ ਇਕੱਲਾ ਮੁਸਲਮਾਨ ਧਰਮ ਇਸਲਾਮ ਹੀ ਰਹਿਣਾ ਚਾਹੀਦਾ। ਇਹ ਮੰਦੀ ਮੱਤ ਵਾਲਾ ਤਾਂ ਮਹਾਰਾਜ ਨੂੰ ਗ੍ਰਿਫਤਾਰ ਕਰੀ ਬੈਠਾ ਹੈ ਇੱਕ ਧਰਮ ਦੁਨੀਆ ਤੇ ਬਣਾਉਣ ਵਾਸਤੇ। ਹਿੰਦੂ ਜਗ ਮੈਂ ਰਹਿ ਨ ਪੰਧ, ਤੇ ਮਨ ਵਿੱਚ ਸੋਚਦਾ ਹੈ ਇਹ ਜਿਹੜੇ ਹਿੰਦੂ ਨੇ ਨਾ ਇਹ ਰਹਿਣੇ ਨਹੀਂ ਚਾਹੀਦੇ, ਨਾ ਹਿੰਦੂਆਂ ਦੀ ਮਰਿਆਦਾ ਰਹਿਣੀ ਚਾਹੀਦੀ ਹੈ, ਨਾ ਕੋਈ ਮੰਦਰ, ਨਾ ਕੋਈ ਸ਼ਿਵਾਲਾ, ਨਾ ਕੋਈ ਦੁਆਲਾ, ਨਾ ਕੋਈ ਆਰਤੀ, ਨਾ ਕੋਈ ਪੂਜਾ, ਕੁਝ ਨਹੀਂ ਰਹਿਣਾ ਚਾਹੀਦਾ, ਮੂਰਤੀਆਂ ਨਹੀਂ ਰਹਿਣੀਆਂ ਚਾਹੀਦੀਆਂ। ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ ਇਹਨੇ ਅਯੁੱਧਿਆ ਦੇ ਮੰਦਰ ਤੋੜੇ ਜਿੱਥੇ ਭਗਵਾਨ ਰਾਮ ਚੰਦਰ ਜੀ ਨੇ ਅਵਤਾਰ ਲਿਆ। ਇਹਨੇ ਮਥੁਰਾ ਦੇ ਮੰਦਰ ਤੋੜ ਸੁੱਟੇ ਜਿੱਥੇ ਭਗਵਾਨ ਕ੍ਰਿਸ਼ਨ ਜੀਆਂ ਨੇ ਅਵਤਾਰ ਲਿਆ। ਇਹਨੇ ਇਸੇ ਤਰ੍ਹਾਂ ਹੋਰ ਕਈ ਵੱਡੇ ਸ਼ਹਿਰ ਜਿਨ੍ਹਾਂ ਦੇ ਵਿੱਚ ਪੁਸ਼ਕਰ ਨਾਮ ਦੇ ਤੀਰਥ ਨੇ, ਕਾਂਸ਼ੀ ਨਾਮ ਦੇ ਤੀਰਥ ਨੇ, ਹਰਿਦੁਆਰ ਨਾਮ ਦੇ ਤੀਰਥ, ਵੱਡੇ ਵੱਡੇ ਤੀਰਥਾਂ ਦੇ ਵੱਡੇ ਵੱਡੇ ਮੰਦਰ ਢਾਹ ਕੇ ਢਹਿ ਢੇਰੀ ਕਰ ਦਿੱਤੇ। ਐਸਾ ਪਾਪੀ ਇਹ ਰਾਜਾ ਹੈ, ਨਾ ਮੰਦਰ ਰਹਿਣਗੇ, ਨਾ ਕੋਈ ਪੂਜਾ ਕਰੇਗਾ, ਨਾ ਕੋਈ ਆਰਤੀ ਕਰੇਗਾ, ਨਾ ਕੋਈ ਮੰਤਰ ਪੜ੍ਹੇਗਾ, ਆਪਣੇ ਆਪ ਹੀ ਭੁੱਲ ਜਾਣਗੇ ਸਾਰਾ ਕੁਝ। ਇਹ ਸਾਰਾ ਕੁਝ ਕਰਨ ਤੋਂ ਮਗਰੋਂ ਹੁਣ ਮਹਾਰਾਜ ਨੂੰ ਇਹਨੇ ਗ੍ਰਿਫਤਾਰ ਕੀਤਾ। ਇਹ ਚਾਹੁੰਦਾ ਹੈ ਵੀ ਹਿੰਦੂ ਮਤ ਦਾ ਕੋਈ ਰਸਤਾ ਰਵੇ ਹੀ ਨਾ, ਸਾਰੇ ਹੀ ਬੰਦ ਕਰ ਦਿਆਂ, ਪੂਜਾ ਪਾਠ ਸਭ ਬੰਦ ਹੋ ਜਾਣ। ਇਹ ਔਰੰਗਜ਼ੇਬ ਚਾਹੁੰਦਾ ਹੈ। ਪਰਮੇਸ਼ਰ ਸੋ ਬੰਧੈ ਧਾਵਾ, ਰੱਬ ਦੇ ਨਾਲ ਕਦੇ ਕਿਸੇ ਦਾ ਦਾਵਾ ਪੂਰਾ ਹੋਇਆ? ਰੱਬ ਦੇ ਅੱਗੇ ਆਪਾਂ ਕੀ ਆ? ਪਰ ਔਰੰਗਜ਼ੇਬ ਰੱਬ ਦੀ ਬਰਾਬਰੀ ਕਰਦਾ ਪਿਆ, ਦਾਵਾ ਬੰਨੀ ਬੈਠਾ ਵੀ ਪ੍ਰਮਾਤਮਾ ਤੂੰ ਜੋ ਮਰਜ਼ੀ ਕਰ ਲੈ, ਮੈਂ ਤੇ ਮਰਜ਼ੀ ਕਰਾਂਗਾ। ਤੂੰ ਭਾਵੇਂ ਬੱਚੇ ਪੈਦਾ ਕਰਦੇ ਹਿੰਦੂਆਂ ਦੇ ਘਰ ਦੇ ਅੰਦਰ, ਸਿੱਖਾਂ ਦੇ ਘਰ ਦੇ ਅੰਦਰ, ਹੋਰਾਂ ਧਰਮਾਂ ਦੇ ਵਿੱਚ, ਮੈਂ ਸਾਰੇ ਹੀ ਮਾਰ ਦਿਆਂਗਾ, ਮੈਂ ਇਕੱਲੇ ਮੁਸਲਮਾਨ ਹੀ ਜਿਉਂਦੇ ਛੱਡਾਂਗਾ। ਇਹ ਰੱਬ ਦੇ ਨਾਲ ਦਾਵਾ ਕਰੀ ਬੈਠਾ, ਰੱਬ ਦੇ ਨਾਲ ਇਹ ਆਪਾਂ ਕਹਿ ਲਈਏ ਮੱਥਾ ਲਾਈ ਬੈਠਾ ਹੈ ਵੀ ਜੋ ਰੱਬ ਕਰੇਗਾ ਉਹ ਮੈਂ ਨਹੀਂ ਮੰਨਦਾ, ਮੈਂ ਤੇ ਮਰਜ਼ੀ ਕਰਾਂਗਾ। ਪਰ ਇਸ ਮੰਦੀ ਮੱਤ ਵਾਲੇ ਨੂੰ ਭੁੱਲ ਗਿਆ ਪਰਮੇਸ਼ਰ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਹੈ। ਇੱਥੇ ਤੇ ਵੱਡੇ ਵੱਡੇ ਰਾਜੇ ਜਿਹੜੇ ਨੇ ਉਹ ਦੁਨੀਆ ਦੇ ਵਿੱਚ ਰੁਲਦੇ ਹੋਏ ਸੰਸਾਰ ਨੇ ਵੇਖੇ ਨੇ। ਸੋ ਮਹਾਰਾਜ ਸਾਹਿਬ ਜੀਆਂ ਦਾ ਬਚਨ ਪੜ੍ਹਦੇ ਆ ਨਾ ਕਿ ਉਹ ਪਰਮਾਤਮਾ ਨਜ਼ਰ ਉਪੱਠੀ ਜੇ ਕਰੇ ਸੁਲਤਾਨਾ ਘਾਓ ਕਰਾਏਂਦਾ। ਰੱਬ ਦੀ ਨਜ਼ਰ ਨਾ ਕਿਤੇ ਪੁੱਠੀ ਹੋ ਜਾਵੇ, ਨਹੀਂ ਤੇ ਰਾਜਿਆਂ ਨੂੰ ਘਾਹ ਖਾਣ ਤੇ ਉਹ ਮਜਬੂਰ ਕਰ ਦਿੰਦਾ। ਕਹਿਣ ਲੱਗੇ ਅੱਜ ਦਾ ਉਹ ਦਿਨ ਹੈ ਜਦੋਂ ਸ਼ਾਹਜਹਾਨ ਬਾਦਸ਼ਾਹ ਦਾ ਰਾਜ ਚੱਲਦਾ, ਹੁਕਮ ਚੱਲਦਾ, ਉਹਦੇ ਦਸਤਖਤ ਚੱਲਦੇ ਨੇ, ਉਹਦੇ ਫਰਮਾਨ ਚੱਲਦੇ ਨੇ। ਅਗਲਾ ਦਿਨ ਉਹ ਚੜ੍ਹਿਆ, ਸ਼ਾਹਜਹਾਨ ਬਾਦਸ਼ਾਹ ਕੈਦ ਵਿੱਚ ਬੈਠਾ ਹੈ, ਅੱਜ ਉਹਨੂੰ ਪਾਣੀ ਪਿਲਾਉਣ ਵਾਲਾ ਕੋਈ ਨਹੀਂ ਹੈ। ਤੇ ਜਦੋਂ ਬੜਾ ਤੜਫਿਆ ਨਾ ਦਿੱਲੀ ਦੇ ਵਿੱਚ, ਤੇ ਔਰੰਗਜ਼ੇਬ ਨੇ ਸੋਚਿਆ ਵੀ ਲੋਕ ਬਗਾਵਤ ਕਰ ਦੇਣਗੇ। ਕੁਝ ਲੋਕ ਰਾਜੇ ਨਾਲ ਜੁੜੇ ਸਨ ਵੀ ਇਹਨਾਂ ਨੇ ਸ਼ਾਹਜਹਾਨ ਨੂੰ ਬੜੀ ਬੁਰੀ ਸਜ਼ਾ ਦਿੱਤੀ ਹੈ, ਲੋਕ ਬਗਾਵਤ ਕਰਨਗੇ। ਆਪਣੇ ਸਿਪਾਹੀਆਂ ਨੂੰ ਕਹਿੰਦਾ ਹੈ ਮੇਰੇ ਬਾਪ ਦੇ ਹੱਥ ਬੰਨ੍ਹ ਕੇ, ਪਿੱਛੇ ਹੱਥ ਕੜੀਆਂ ਲਾ ਕੇ ਇਹਨੂੰ ਦਿੱਲੀ ਤੋਂ ਲਾਹੌਰ ਲੈ ਜਾਓ, ਰਸਤੇ ਵਿੱਚ ਖਾਣ ਪੀਣ ਵਾਸਤੇ ਕੁਝ ਨਹੀਂ ਦੇਣਾ, ਇਹਨੂੰ ਭੁੱਖਾ ਤੇ ਪਿਆਸਾ ਰੱਖ ਕੇ ਮਾਰਨਾ। ਹੁਣ ਗੁਰਮੁਖੋ ਇਹ ਗੱਲ ਸੋਚੋ, ਜਿਸ ਬਾਪ ਨੇ ਪਾਲਿਆ, ਖੜਾਇਆ, ਪੜ੍ਹਾਇਆ, ਜਵਾਨ ਕੀਤਾ, ਜਿਹੜਾ ਬੰਦਾ ਉਹਦਾ ਨਹੀਂ ਬਣਿਆ, ਤੜਫਾ ਕੇ ਮਾਰਨਾ ਚਾਹੁੰਦਾ, ਉਹ ਮੇਰਾ ਤੇਰਾ ਤੇ ਦੂਜਿਆਂ ਦਾ ਕੀ ਬਣੇਗਾ। ਕਹਿਣ ਲੱਗੇ ਸ਼ਾਹਜਹਾਨ ਨੂੰ ਜਦੋਂ ਲਿਆਂਦਾ ਜਾ ਰਿਹਾ ਨਾ ਹਾਥੀ ਦੇ ਉੱਪਰ ਬੰਨ੍ਹ ਕੇ ਦਿੱਲੀ ਤੋਂ ਲਾਹੌਰ ਨੂੰ, ਤੇ ਚਲਦਿਆਂ ਚਲਦਿਆਂ ਰਸਤੇ ਦੇ ਵਿੱਚ ਇੱਕ ਛੋਲਿਆਂ ਦਾ ਖੇਤ ਦਿਸਿਆ, ਛੋਲੇ ਲੱਗੇ ਹੋਏ। ਬਾਦਸ਼ਾਹ ਨੂੰ ਪਤਾ ਵੀ ਇਹਨਾਂ ਨੇ ਮੈਨੂੰ ਨਾ ਪਾਣੀ ਦੇਣਾ, ਨਾ ਇਹਨਾਂ ਨੇ ਰੋਟੀ ਦੇਣੀ, ਭੁੱਖ ਲੱਗੀ ਹੈ। ਸਿਪਾਹੀਆਂ ਨੂੰ ਕਹਿਣ ਲੱਗਾ ਮੇਰੇ ਢਿੱਡ ਵਿੱਚ ਦਰਦ ਹੁੰਦੀ ਹੈ, ਪੀੜ ਹੁੰਦੀ ਹੈ, ਮੈਨੂੰ ਹਾਥੀ ਤੋਂ ਥੱਲੇ ਉਤਾਰੋ, ਆਹ ਖੇਤ ਹੈ, ਮੈਂ ਆਪਣਾ ਪੇਟ ਸਾਫ਼ ਕਰ ਲਵਾਂ, ਮੈਂ ਥੋੜਾ ਹਲਕਾ ਹੋ ਲਵਾਂ। ਸਿਪਾਹੀਆਂ ਨੇ ਜਦੋਂ ਹਾਥੀ ਤੋਂ ਉਤਾਰਿਆ, ਪਰ ਇਹਦੇ ਹੱਥ ਨਹੀਂ ਖੋਲੇ ਉਹਨਾਂ ਨੇ ਵੀ ਕਿਤੇ ਭਾਜੀ ਨਾ ਜਾਵੇ ਜਾਂ ਇਹ ਸਾਡੇ ਤੋਂ ਕੋਈ ਮੁਸੀਬਤ ਨਾ ਖੜੀ ਕਰ ਦੇਵੇ। ਸ਼ਾਹਜਹਾਨ ਬਾਦਸ਼ਾਹ ਦੇ ਹੱਥ ਬੱਧੇ ਹੋਏ ਤੇ ਕਹਿਣ ਲੱਗੇ ਭੁੱਖ ਬੜੀ ਲੱਗੀ ਹੈ।
ਛੋਲਿਆਂ ਦੇ ਖੇਤ ਵਿੱਚ ਵੜਿਆ। ਛੋਲਿਆਂ ਦੇ ਖੇਤ ਨੂੰ ਲੱਗੀਆਂ ਹੋਈਆਂ ਡੱਡਰੀਆਂ, ਹਰੇ ਛੋਲੇ ਮੂੰਹ ਦੇ ਵਿੱਚ ਅੱਜ ਪਸ਼ੂਆਂ ਦੇ ਵਾਂਗ ਖਾਂਦਾ। ਮੂੰਹ ਖੋਲ ਕੇ ਜਦੋਂ ਉਹ ਡੱਡਰੀਆਂ ਮੂੰਹ 'ਚ ਪਾਉਣ ਲੱਗਦਾ, ਇੰਨੇ ਚਿਰ ਨੂੰ ਹਵਾ ਦਾ ਬੁੱਲਾ ਆ ਜਾਂਦਾ। ਉਹ ਛੋਲਿਆਂ ਦਾ ਪੌਦਾ ਹਿੱਲ ਜਾਂਦਾ, ਡੱਡਰੀਆਂ ਮੂੰਹ ਦੇ ਵਿੱਚੋਂ ਪਾਸੇ ਹੋ ਜਾਂਦੀਆਂ। ਬਸਾਂ ਫੜ ਫੜ ਕੇ ਜਾਨਵਰਾਂ ਦੇ ਵਾਂਗ, ਪਸ਼ੂਆਂ ਦੇ ਵਾਂਗ ਉਹਨਾਂ ਛੋਲਿਆਂ ਦੀਆਂ ਡੱਡਰੀਆਂ ਨੂੰ ਮੂੰਹ ਵਿੱਚ ਪਾਉਂਦਾ, ਨਾਲੇ ਅੱਖਾਂ ਵਿੱਚੋਂ ਪਾਣੀ ਵਗਦਾ ਪਿਆ, ਰੋਂਦਾ ਪਿਆ। ਕਿੱਥੇ ਮੈਂ ਕੱਲ ਹਿੰਦੁਸਤਾਨ ਦਾ ਰਾਜਾ ਸੀ, ਮੇਰੇ ਅੱਗੇ ਪਤਾ ਨਹੀਂ ਕਿੰਨੇ ਤਰ੍ਹਾਂ ਦੇ ਭੋਜਨ ਰੱਖੇ ਜਾਂਦੇ ਤੇ ਮੈਂ ਬੜੀ ਠਾਠ ਨਾਲ ਖਾਂਦਾ ਸੀ। ਕਿੱਥੇ ਅੱਜ ਸਮਾਂ ਇਹੋ ਜਿਹਾ ਆ ਗਿਆ, ਮੈਨੂੰ ਅੱਜ ਪਸ਼ੂਆਂ ਦੇ ਵਾਂਗ ਇਹ ਖੇਤ ਵਿੱਚੋਂ ਜਿਹੜੇ ਹਰੇ ਛੋਲੇ ਨੇ ਉਹ ਖਾਣੇ ਪੈ ਰਹੇ ਨੇ। ਉਹ ਵੀ ਮੇਰੇ ਮੂੰਹ ਵਿੱਚ ਨਹੀਂ ਆਉਂਦੇ, ਕਦੇ ਅੱਖਾਂ 'ਤੇ ਵੱਜਦੇ, ਕਦੇ ਮੂੰਹ 'ਤੇ ਵੱਜਦੇ। ਅੱਜ ਛੋਲਿਆਂ ਦੇ ਖੇਤ ਵਿੱਚ ਬੈਠਾ ਰੋਂਦਾ ਪਿਆ, ਪਰ ਦੱਸ ਨਹੀਂ ਸਕਦਾ ਵੀ ਮੇਰੀ ਹਾਲਤ ਕੀ ਹੈ। ਕੇਵਲ ਆਪਣੇ ਪੇਟ ਦੇ ਖਰਾਬ ਹੋਣ ਦਾ ਬਹਾਨਾ ਲਾ ਕੇ ਆਪਣਾ ਪੇਟ ਭਰਨ ਲੱਗਾ ਹੈ। ਮਹਾਰਾਜ ਕਹਿਣ ਲੱਗੇ, ਨਜ਼ਰ ਉਪੱਠੀ ਜੇ ਕਰੇ, ਰੱਬ ਦੀ ਕਿਤੇ ਨਜ਼ਰ ਪੁੱਠੀ ਨਾ ਹੋ ਜਾਵੇ ਬੰਦਿਆ ਤੇਰੇ ਤੇ। ਜੇ ਹੋ ਗਈ ਸੁਲਤਾਨਾ ਘਾਹੋ ਕਰਾਏਂਦਾ, ਵੱਡੇ ਵੱਡੇ ਬਾਦਸ਼ਾਹ ਨੂੰ ਘਾਹ ਖਾਣ ਲਾ ਦਿੰਦਾ। ਤੇ ਘਾਹ ਹੀ ਖਾਣਾ ਨਾ, ਹਰੀ ਫਸਲ ਖਾਣੀ, ਵਿਚਾਰਾ ਉਹ ਵੀ ਹੱਥਾਂ ਨਾਲ ਨਹੀਂ ਖਾ ਸਕਿਆ, ਪਸ਼ੂਆਂ ਨਾਲ, ਪਸ਼ੂਆਂ ਵਾਂਗ ਮੂੰਹ ਦੇ ਨਾਲ ਖਾਂਦਾ ਹੈ। ਪਰ ਇਹ ਔਰੰਗਜ਼ੇਬ ਇਸ ਵੇਲੇ ਰਾਜਾ ਹੈ ਨਾ, ਇਹਨੂੰ ਰੱਬ ਭੁੱਲਿਆ ਹੋਇਆ। ਕੋਈ ਨਹੀਂ, ਕਿਤੇ ਸਮਾਂ ਇੱਥੇ ਵੀ ਆਵੇਗਾ। ਔਰੰਗਜ਼ੇਬ ਦੀ ਮੌਤ ਬੜੀ ਮਾੜੀ ਹੋਈ ਹੈ। ਵਿਦਵਾਨਾਂ ਨੇ ਲਿਖਿਆ, ਜਦੋਂ ਅੰਤ ਸਮਾਂ ਮਰਨ ਲੱਗਾ ਨਾ, ਦੁਨੀਆ ਤੋਂ ਜਾਣ ਲੱਗਾ, ਤੇ ਮਲ ਮੂਤਰ ਵੀ ਸਾਰਾ ਮੂੰਹ ਦੇ ਵਿੱਚੋਂ ਦੀ ਆਉਂਦਾ। ਇਹੋ ਜਿਹੀ ਭਿਆਨਕ ਦੇ ਦਰਦ ਵਾਲੀ ਤੜਫ ਤੜਫ ਕੇ ਦੁਨੀਆ ਤੋਂ ਮਰ ਕੇ ਗਿਆ। ਆਪਣੀ ਗੰਦਗੀ ਸਰੀਰ ਦੀ ਮੂੰਹ ਵਿੱਚੋਂ ਦੀ ਬਾਹਰ ਕੱਢਦਾ। ਐਸੀ ਸਜ਼ਾ ਮਿਲੀ। ਪਰ ਇਸ ਵੇਲੇ ਰਾਜ ਕੋਲ ਹੈ, ਇਸ ਵੇਲੇ ਭੁੱਲਿਆ ਹੋਇਆ ਸਭ ਕੁਝ। ਬੜੇ ਹੰਕਾਰ ਦੇ ਨਾਲ ਸਤਿਗੁਰਾਂ ਦੇ ਸਾਹਮਣੇ ਬਚਨ ਕਰਦਾ ਹੈ, ਮਹਾਮੂੜ ਮਤ ਤੇ ਗਰਵਾਵਾ। ਪਰ ਇਹ ਮੂਰਖ ਬੰਦਾ ਆਪਣੀ ਮਤ ਵਿੱਚ ਬੜਾ ਹੰਕਾਰੀ ਹੈ, ਹੰਕਾਰ ਦੇ ਨਾਲ ਭਰਿਆ ਹੋਇਆ ਹੈ। ਨਿਸ਼ਕੰਟਕ ਜਿਸ ਰਾਜ ਮਹਾਨ। ਕਹਿਣ ਲੱਗੇ ਵੀ ਜਿੱਥੇ ਕਿਤੇ ਆਕੀ ਨਾ ਹੋਵੇ। ਦੁਨੀਆ ਦਾ ਇਤਿਹਾਸ ਪੜ੍ਹ ਲਓ, ਇੱਕ ਔਰੰਗਜ਼ੇਬ ਇਹੋ ਜਿਹਾ ਬਾਦਸ਼ਾਹ ਹੈ ਜਿਹਦੇ ਰਾਜ ਵਿੱਚ ਕੋਈ ਆਕੀ ਨਹੀਂ ਹੋ ਸਕਿਆ। ਇਹਨੇ ਡਰ ਹੀ ਇੰਨਾ ਦਿੱਤਾ ਸੀ, ਜਿਹੜਾ ਕੋਈ ਆਕੀ ਹੁੰਦਾ ਸੀ ਉਹਨੂੰ ਇੰਨਾ ਤੜਫਾ ਕੇ ਮਾਰਦਾ ਸੀ, ਕਿਸੇ ਦੀ ਹਿੰਮਤ ਨਹੀਂ ਸੀ ਪੈਂਦੀ ਵੀ ਇਹਦੇ ਨਾਲ ਅਸੀਂ ਬਗਾਵਤ ਕਰ ਲਈਏ, ਜਾਂ ਇਹਦੇ ਉੱਪਰ ਬਗਾਵਤ ਅਸੀਂ ਲਾਗੂ ਕਰ ਸਕੀਏ, ਜਾਂ ਹਾਂ ਦਾ ਨਾਰਾ ਮਾਰ ਸਕੀਏ। ਕਿਸੇ ਵਿੱਚ ਹਿੰਮਤ ਹੀ ਨਹੀਂ ਹੈ। ਕਹਿਣ ਲੱਗੇ ਇਹੋ ਜਿਹਾ ਰਾਜ ਮਿਲਿਆ, ਕਰਮ ਕੋਈ ਇਹੋ ਜਿਹਾ ਕੀਤਾ, ਇਹਦੇ ਰਾਜ ਵਿੱਚ ਆਕੀ ਨਹੀਂ ਸੀ ਕੋਈ ਰਿਹਾ। ਸਾਰੇ ਹੱਥ ਜੋੜ ਜੋੜ ਕੇ ਇਹਨੂੰ ਮੰਨਦੇ ਸਨ ਵੀ ਸਾਨੂੰ ਕੁਝ ਕਹੀ ਨਾ, ਪਰ ਅਸੀਂ ਤੇਰੇ ਕਹਿਣੇ ਤੋਂ ਬਾਹਰ ਨਹੀਂ ਜਾਂਦੇ। ਇਹੋ ਜਿਹਾ ਰਾਜ ਮਿਲਿਆ, ਉਹਨਾਂ ਵੱਧ ਮਨ ਵਿੱਚ ਹੰਕਾਰ ਹੈ। ਛਤਰ ਕਹੂੰ ਸੁਣੈ ਨ ਕੰਨ। ਕਹਿਣ ਲੱਗੇ ਦੁਸ਼ਮਣ ਕੀ ਹੁੰਦਾ, ਇਹ ਤੇ ਕਦੇ ਇਹਨੇ ਕੰਨਾਂ ਵਿੱਚ ਸੁਣਿਆ ਹੀ ਨਹੀਂ ਸੀ। ਦੁਸ਼ਮਣ ਕੀ ਹੁੰਦਾ ਹੈ, ਇਹ ਗੱਲ ਕੰਨਾਂ ਵਿੱਚ ਨਹੀਂ ਕਦੇ ਸੁਣੀ, ਕਿਉਂਕਿ ਦੁਸ਼ਮਣ ਇਹਦਾ ਬਣਿਆ ਹੀ ਕੋਈ ਨਹੀਂ। ਜਿਹੜਾ ਦੁਸ਼ਮਣੀ ਬਾਰੇ ਸੋਚਦਾ ਸੀ ਨਾ, ਜਿਹੜਾ ਆਪਣੇ ਸਕੇ ਭਰਾ ਨੂੰ ਕੈਦ ਕਰਕੇ ਉਹਦੀਆਂ ਅੱਖਾਂ ਦੇ ਵਿੱਚ ਲੋਹੇ ਦੀਆਂ ਸਲਾਈਆਂ ਲਾਲ ਕਰਕੇ ਅੱਗ ਦੇ ਨਾਲ, ਤੇ ਜਲਾਦਾਂ ਨੂੰ ਕਹਿੰਦਾ ਵੀ ਸਕੇ ਭਰਾ ਦੀਆਂ ਅੱਖਾਂ ਦੇ ਵਿੱਚ ਸਲਾਈਆਂ ਫੇਰ ਕੇ ਅੰਨ੍ਹਿਆ ਕਰੋ, ਅੰਨਾ ਹੋ ਗਿਆ। ਕਹਿਣ ਲੱਗਾ ਹੁਣ ਇਹਨੂੰ ਚੁੱਕ ਕੇ ਹਾਥੀ ਦੇ ਅੱਗੇ ਸੁੱਟ ਦਿਓ। ਮਹਾਵਤ ਨੂੰ ਆਖਿਆ ਹਾਥੀ ਨੂੰ ਕਹਿ ਇਹਦੇ ਸਿਰ ਤੇ ਪੈਰ ਰੱਖ ਕੇ ਇਹਨੂੰ ਮਾਰੇ। ਆਪਣੇ ਸਕੇ ਭਰਾ ਨੂੰ ਇਸ ਤਰ੍ਹਾਂ ਮਾਰਿਆ। ਕਹਿਣ ਲੱਗੇ ਜਿਹੜਾ ਭਰਾਵਾਂ ਦਾ ਕਤਲ ਇਸ ਤਰ੍ਹਾਂ ਕਰਦਾ, ਬਾਪ ਦਾ ਕਤਲ ਇਸ ਤਰ੍ਹਾਂ ਕਰਦਾ, ਤੇ ਕਿੰਨਾ ਡਰ ਕਿੰਨਾ ਖੌਫ ਹੋਵੇਗਾ ਔਰੰਗਜ਼ੇਬ ਦਾ। ਕੋਈ ਕਹਿ ਹੀ ਨਹੀਂ ਸਕਦਾ ਵੀ ਮੈਂ ਔਰੰਗਜ਼ੇਬ ਨਾਲ ਦੁਸ਼ਮਣੀ ਕਰਨੀ ਹੈ ਜਾਂ ਦੁਸ਼ਮਣੀ ਲੈਣੀ ਹੈ। ਦੁਸ਼ਮਣੀ ਨਾਮ ਦਾ ਸ਼ਬਦ ਤੇ ਇਹਨੇ ਸੁਣਿਆ ਹੀ ਨਹੀਂ ਵੀ ਉਹ ਕੀ ਹੁੰਦਾ। ਇੰਨਾ ਇਹਦਾ ਭਿਆਨਕ ਦੇ ਡਰ ਦੇਣ ਵਾਲਾ ਰਾਜ ਹੈ। ਕਿਹੜਾ ਜਾ ਕੇ ਇਹਨੂੰ ਆਖੇ ਵੀ ਅਸੀਂ ਆਪਣਾ ਧਰਮ ਨਹੀਂ ਛੱਡਣਾ, ਕਿਸੇ ਦੀ ਹਿੰਮਤ ਹੀ ਨਹੀਂ ਹੈ। ਇਹ ਤੇ ਕੇਵਲ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਘਰ ਹੈ। ਸੱਚ ਸੁਣਾਏ ਸੀ ਸੱਚ ਕੀ ਬੇਲਾ, ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਬੇਲਾ। ਇਹ ਸੱਚ ਬੋਲਣ ਦੀ ਹਿੰਮਤ ਜਿਹੜੀ ਹੈ ਨਾ, ਕੇਵਲ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਹੈ। ਉਹਨਾਂ ਨੇ ਆਖਿਆ ਸੀ ਬਾਬਰ ਤੂੰ ਬਾਬਰ ਨਹੀਂ, ਤੂੰ ਜਾਬਰ ਹੈ। ਅੱਜ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਆਖਿਆ ਉਹ ਰੰਗਿਆ ਤੂੰ ਪਾਪੀ ਹੈ, ਪਾਪ ਕਰਦਾ ਪਿਆ। ਤੇ ਸਾਹਿਬ 10ਵੇਂ ਪਾਤਸ਼ਾਹ ਨੇ ਵੀ ਆਖਿਆ, ਕਹਿਣ ਲੱਗੇ ਔਰੰਗਜ਼ੇਬ ਤੂੰ ਐਡਾ ਨਕੰਮਾ ਤੇ ਪਾਪੀ ਰਾਜਾ ਹੈ, ਤੂੰ ਤੇ ਆਪਣੇ ਨਾਮ ਨੂੰ ਕਲੰਕ ਲਵਾਇਆ। ਹੁਣ ਜਿਹੜੇ ਰਾਜੇ ਤੋਂ ਲੋਕ ਨਾਂ ਸੁਣ ਕੇ ਥਰ ਥਰ ਕੰਬਦੇ ਹੋਣ, ਉਸ ਰਾਜੇ ਨੂੰ ਇਹ ਕਹਿ ਦੇਣਾ ਵੀ ਤੂੰ ਆਪਣੇ ਨਾਮ ਨੂੰ ਕਲੰਕ ਲਵਾ ਲਿਆ, ਕੌਣ ਕਹਿ ਸਕਦਾ? ਇਹ 10ਵੇਂ ਪਾਤਸ਼ਾਹ ਮਹਾਰਾਜ ਕਹਿ ਸਕਦੇ। ਔਰੰਗਜ਼ੇਬ ਹੰਕਾਰ ਦਾ ਭਰਿਆ ਹੋਇਆ, ਕਿਉਂਕਿ ਇਹਨੇ ਕਦੇ ਸੁਣਿਆ ਹੀ ਨਹੀਂ ਵੀ ਦੁਸ਼ਮਣ ਕੀ ਹੁੰਦਾ। ਲੋਕ ਇਹਨਾਂ ਇਹਦਾ ਭੈ ਤੇ ਡਰ ਖਾਂਦੇ। ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਔਰੰਗਜ਼ੇਬ ਕਿਹੜੇ ਕਿਹੜੇ ਸਵਾਲ ਕਰੇਗਾ,
ਗੁਰੂ ਤੇਗ ਬਹਾਦਰ ਪਾਤਸ਼ਾਹ ਹੁਣ ਇਹਦੇ ਸਵਾਲਾਂ ਦਾ ਕਿਵੇਂ ਖਰਾ ਖਰਾ ਉੱਤਰ ਦੇਣਗੇ, ਕੱਲ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਬਚਨੋਪਦੇਸ਼ ਗੁਰੂ ਕਾ ਹਿਰਦੇ ਵਸ ਜਾਵੇ, ਭੁੱਲਾਂ ਦਾਸ ਦੀਆਂ ਮੁਆਫ ਕਰਨੀਆਂ। ਲੇਖੈ ਕਤਹਿ ਨ ਛੁਟੀਐ, ਬਖਸ਼ਨਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ।